ਤੇ ਅੰਦੋਲਨ ਦਾ ਇਹ ਮੂਡ ਬਣ ਗਿਆ ਹੋਇਆ ਕਿ ਜਿਸ ਹਿਸਾਬ ਨਾਲ 26 ਨਵੰਬਰ ਨੂੰ ਕਿਸਾਨ ਪੰਜਾਬ, ਹਰਿਆਣਾ, ਯੂਪੀ, ਮੱਧ ਪ੍ਰਦੇਸ਼, ਉੱਤਰਾਖੰਡ ਤੋਂ ਆਏ ਹੈ, ਅੰਦੋਲਨ ਹੁਣ ਇੱਕ ਦੂਸਰੇ ਪੜਾਅ ਦੇ ਵਿੱਚ ਜਿਹੜਾ ਉਹ ਦਾਖਲ ਹੋ ਗਿਆ। ਉਦੋਂ ਇੱਕ ਆਜੜੀ ਦੀ ਕਹਾਣੀ ਹੁੰਦੀ ਸੀ ਵੀ ਉਹ ਜਿਹੜਾ ਕਹਿੰਦਾ ਸੀ ਮਜ਼ਾਕ ਕਰਦਾ ਸ਼ੇਰ ਆਇਆ ਸ਼ੇਰ ਆਇਆ ਸ਼ੇਰ, ਤੇ ਜਦੋਂ ਸ਼ੇਰ ਆ ਗਿਆ ਤੇ ਫਿਰ ਉਹਦੀ ਮਦਦ ਲਈ ਕੋਈ ਨਹੀਂ ਆਇਆ। ਜਦੋਂ ਤੁਸੀਂ ਕਹੋਗੇ ਕਿ 15-15 ਲੱਖ ਰੁਪਏ ਤੁਹਾਡੇ ਆ ਜਾਣਗੇ, ਜਦੋਂ ਤੁਸੀਂ ਕਹੋਗੇ ਕਿ ਕਾਲਾ ਧਨ ਸਾਰੇ ਦਾ ਸਾਰਾ ਵਾਪਸ ਆ ਜਾਊਗਾ, ਜਦੋਂ ਤੁਸੀਂ ਇਹ ਕਹੋਗੇ ਕਿ ਮੈਨੂੰ ਤੁਸੀਂ 50 ਦਿਨ ਦੇ ਦਿਓ ਨਹੀਂ ਤਾਂ ਮੈਨੂੰ ਚੌਂਕ ਤੇ ਖੜਾ ਕਰ ਲਿਓ, ਜਦੋਂ ਇਦਾਂ ਦੀਆਂ ਤੁਸੀਂ ਗੱਲਾਂ ਕਰੋਗੇ ਤੇ ਇਹ ਆਜੜੀ ਵਾਲੀਆਂ ਸ਼ੇਰ ਆਇਆ ਸ਼ੇਰ ਅੰਦੋਲਨ ਦੇ ਰੂਪ 'ਚ ਆ ਗਿਆ। ਪਰ ਪ੍ਰਧਾਨ ਮੰਤਰੀ ਦੇ ਐਲਾਨ ਤੋਂ ਪਹਿਲਾਂ ਕੋਈ ਕੈਬਨਿਟ ਮੀਟਿੰਗ ਨਹੀਂ ਹੋਈ, ਕਿਸੇ ਨਾਲ ਉਹਨਾਂ ਨੇ ਫੈਸਲਾ ਨਹੀਂ ਕੀਤਾ, 2 ਜਣਿਆਂ ਨੇ ਕੀਤਾ ਜਾਂ 3 ਜਣਿਆਂ ਨੇ ਕੀਤਾ ਤੇ ਚੁੱਪ ਚਪੀਤੇ ਫੈਸਲਾ ਕਰ ਦਿੱਤਾ। ਜਦੋਂ ਤੁਸੀਂ ਸੰਵਿਧਾਨ ਨੂੰ ਇਸ ਤਰ੍ਹਾਂ ਉਹਦੀ ਬਰਖਲਾਫੀ ਕਰਨ ਦੇ ਐਗਜ਼ਾਮਪਲਸ ਸੈੱਟ ਕਰੋਗੇ ਤਾਂ ਫਿਰ ਤੁਹਾਡੇ ਤੋਂ ਦੂਸਰੇ ਲੋਕਾਂ ਤੋਂ ਤੁਸੀਂ ਕੀ ਆਸ ਕਰ ਸਕਦੇ ਹੋ? ਜਿਹੜੇ ਸੰਘਰਸ਼ ਕਰ ਰਹੇ ਆ ਉਹਨਾਂ ਜਥੇਬੰਦੀਆਂ ਨੂੰ ਤਾਂ ਛੱਡੋ, ਤੁਹਾਡਾ ਪੁਆਇੰਟ ਬਿਲਕੁਲ ਵਾਜਬ ਹੈ, ਉਹਨਾਂ ਨੂੰ ਤਾਂ ਸਾਈਡ ਤੇ ਕਰ ਦਿਓ ਤੁਸੀਂ ਕਿ ਉਹਨਾਂ ਨੂੰ ਸੱਦਿਆ ਕਿ ਨਹੀਂ। ਤੁਸੀਂ ਤਾਂ ਮੰਤਰੀ ਮੰਡਲ ਦੀ ਮੀਟਿੰਗ ਵੀ ਨਹੀਂ ਆਪਣੀ ਵੀ ਨਹੀਂ ਕੀਤੀ ਤੁਸੀਂ, ਠੀਕ ਹੈ ਨਾ। ਤੁਸੀਂ ਆ ਕੇ ਸਿੱਧਾ ਐਲਾਨ ਕਰ ਰਹੇ ਹੋ ਅਸੀਂ ਵਾਪਸ ਲੈ ਰਹੇ ਹਾਂ। ਫਿਰ 1 ਸਾਲ ਕਿਉਂ ਪਾਇਆ? 700 ਦੇ ਕਰੀਬ ਲੋਕਾਂ ਦੀ ਜਾਨ ਚਲੇਗੀ, ਉਹ ਕਦ ਲਈ ਚਲੇਗੀ? 48,000 ਮਾਮਲੇ ਦਰਜ ਹੋਏ। ਬਿਲਕੁਲ ਕਿਸਾਨ ਅੰਦੋਲਨ ਤੇ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਵਰਤਿਆ ਗਿਆ ਔਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਇੰਡੀਵਿਜੂਅਲਸ ਵੱਲੋਂ ਚਲਾਏ ਗਏ ਆ ਪਰ ਫੇਕ ਆਇਡੈਂਟੀਟੀ ਬਣਾ ਕੇ ਚਲਾਏ ਗਏ ਆ। ਕੀ ਹੁਣ ਸਰਕਾਰ ਦਾ ਪਨੂ ਸਾਹਿਬ ਇਸ ਵਕਤ ਤੇ ਰੋਲ ਨਹੀਂ ਬਣਦਾ? ਇਹ 80 ਅਕਾਊਂਟਸ ਦੇ ਹੈਂਡਲਰਸ ਨੂੰ ਲੱਭਿਆ ਨਹੀਂ ਜਾ ਸਕਦਾ? ਅੱਜ ਦੀ ਟੈਕਨੋਲੋਜੀ ਤਾਂ ਫਟਾਫਟ ਲੱਭ ਲੈਂਦੀ ਹੈ। ਦੇਖੋ ਐਕਚੁਅਲੀ ਇਹ ਉਹ ਟਰੋਲ ਆਰਮੀ ਹੈ ਜੀ, ਬਿਲਕੁਲ ਬਿਲਕੁਲ 80 ਨਹੀਂ ਜੀ, ਇਹ ਤਾਂ 80,000 ਹੋਣਗੇ ਜੀ, ਜ਼ਿਆਦਾ ਵੀ ਹੋ ਸਕਦੇ ਆ। 80,000 ਤੋਂ ਵੀ ਜ਼ਿਆਦਾ ਹੋ ਸਕਦੇ, ਬਿਲਕੁਲ ਇਹ ਗੱਲ ਤੁਹਾਡੀ ਠੀਕ ਹੈ। ਕਿਉਂਕਿ ਇਹ ਕੀ ਕਰਦੇ ਨੇ, ਮਗਰ ਪੈਂਦੇ ਨੇ। ਮੈਂ ਖੁਦ ਟਰੋਲ ਆਰਮੀ ਦਾ ਬਹੁਤ ਸ਼ਿਕਾਰ ਰਿਹਾ ਜੀ। ਇਹ ਕਰਦੇ ਨੇ, ਟਰੋਲ ਕਰਦੇ ਨੇ, ਬਹੁਤ ਬੁਰੇ ਤਰੀਕੇ ਨਾਲ ਕਰਦੇ ਨੇ। ਕਰਦੇ ਕੀ ਨੇ? ਤੁਹਾਡੀ ਮਾਨਸਿਕ ਜਿਹੜੀ ਸਥਿਤੀ ਹੈ ਨਾ ਉਹਨੂੰ ਖਰਾਬ ਕਰਨ ਦਾ ਯਤਨ ਕਰਦੇ ਆ, ਤੁਹਾਡੇ ਉੱਤੇ ਪਰਸਨਲ ਅਟੈਕ ਕਰਦੇ ਆ। ਇਹ ਚਰਚਾ ਚੱਲੀ ਕਿ ਕਿਸਾਨਾਂ ਨੂੰ ਜਿਹੜਾ ਆ ਕੇ ਨਾ ਚੋਣ ਲੜਨੀ ਚਾਹੀਦੀ ਆ। ਬਹੁਤ ਵੱਡੀ ਪੱਧਰ ਤੇ ਲੋਕੀ ਇਹ ਗੱਲ ਕਹਿ ਰਹੇ ਆ ਕਿ ਨਹੀਂ, ਕਿਸਾਨਾਂ ਨੂੰ ਚੋਣਾਂ 'ਚ ਹਿੱਸਾ ਨਹੀਂ ਲੈਣਾ ਚਾਹੀਦਾ ਕਿਉਂਕਿ ਕਿਸਾਨ ਇੱਕ ਐਡੀ ਵੱਡੀ ਫੋਰਸ ਬਣ ਗਏ ਹੋਏ ਆ ਇਸ ਟਾਈਮ ਕਿ ਉਹ ਜਿਸ ਮਰਜ਼ੀ ਸਰਕਾਰ ਤੋਂ ਜਿਹੜਾ ਮਰਜ਼ੀ ਕੰਮ ਬਾਹਰ ਰਹਿ ਕੇ ਤਾਂ ਕਰਾ ਸਕਦੇ ਆ, ਪਰ ਚੋਣਾਂ ਲੜ ਕੇ ਜਿਹੜਾ ਉਹ ਨਹੀਂ ਕਰਵਾ ਸਕਣਗੇ। ਜਿਹੜੇ ਬਾਹਰ ਰਹਿ ਕੇ ਉਹ ਬਹੁਤ ਸਾਰਾ ਕੁਝ ਕਰਾ ਸਕਦੇ। ਜੇ ਕਿਸਾਨਾਂ ਨੇ ਇਸ ਪਾਸੇ ਵੱਲ ਨੂੰ ਤੁਰਨਾ ਤਾਂ ਉਹ ਇੱਕ ਸੂਬੇ ਦੇ ਉੱਤੇ ਕੇਂਦਰਿਤ ਨਾ ਹੋਣ, ਨਾ ਉਹ ਇਹੋ ਜਿਹੀ ਕਾਹਲੀ ਕਰਨ ਕਿ ਫਰਵਰੀ 'ਚ ਚੋਣਾਂ ਆ ਗਈਆਂ। ਇਸ ਵੇਲੇ ਚੋਣ ਕਮਿਸ਼ਨ ਦੇ ਕੋਲੇ ਹੜ ਆਇਆ ਪਿਆ ਛੋਟੀਆਂ ਪਾਰਟੀਆਂ ਦਾ ਟਰੈਕਟਰ ਜਿਹੜਾ ਚੋਣ ਨਿਸ਼ਾਨ ਲੈਣ ਦੇ ਵਾਸਤੇ ਕਿ ਵੀ ਇਹਨੂੰ ਬਣਾ ਲਿਆ ਜਾਵੇ। ਕਿਸਾਨ ਧਿਰਾਂ ਨੂੰ ਇਹਦੇ 'ਚ ਨਹੀਂ ਲੱਗਣਾ ਚਾਹੀਦਾ। ਪ੍ਰੋਗਰਾਮ ਵਾਰ ਸਤਵਾਰ ਲੈ ਕੇ ਮੇਰੇ ਨਾਲ ਬਲਤੇਜ ਪੰਨੂ ਜੀ ਤੇ ਮੈਂ ਹਾਜ਼ਰ ਹਾਂ। ਧੰਨਵਾਦ ਜੀ, ਬਹੁਤ ਮਿਹਰਬਾਨੀ। ਸੋ ਪੰਨੂ ਸਾਹਿਬ, ਇਹ ਸਾਰਾ ਹਫਤਾ ਜਿਹੜਾ ਸਾਰਿਆਂ ਦੀ ਨਿਗਾਹ ਲੱਗੀ ਰਹੀ ਉਹ ਕਿਸਾਨ ਅੰਦੋਲਨ ਤੇ ਆ ਕਿਉਂਕਿ ਪ੍ਰਧਾਨ ਮੰਤਰੀ ਦੇ ਐਲਾਨ ਤੋਂ ਬਾਅਦ ਕਿ 3 ਖੇਤੀ ਕਾਨੂੰਨ ਵਾਪਸ ਲਏ ਜਾਣਗੇ, ਉਸ ਤੋਂ ਬਾਅਦ ਕਿਸਾਨਾਂ ਦਾ ਕੀ ਰੁਖ ਰਿਹਾ ਇਹਦੇ ਉੱਤੇ ਸਾਰਿਆਂ ਦੀ ਨਿਗਾਹ ਸੀ। ਔਰ ਕਿਸਾਨਾਂ ਨੇ ਜੋ ਫੈਸਲਾ ਲੈ ਲਿਆ ਕਿ ਬਾਕੀ ਮੰਗਾਂ ਜਿਹਦੇ ਵਿੱਚ MSP ਹੈ, 2 ਬਿੱਲ ਹੈ ਤੇ ਇਹਦੇ ਨਾਲ ਹੋਰ ਮੰਗਾਂ ਜੁੜੀਆਂ ਨੇ, ਉਹ ਨਹੀਂ ਸਰਕਾਰ ਮੰਨਦੀ, ਉਹਨਾਂ ਚਿਰ ਅੰਦੋਲਨ ਜਿਹੜਾ ਉਹ ਜਾਰੀ ਰਹੇਗਾ। ਦੂਸਰਾ, ਇਸੇ ਸਮੇਂ ਦੇ ਦੌਰਾਨ 1 ਸਾਲ ਹੋ ਗਿਆ ਇਸ ਅੰਦੋਲਨ ਨੂੰ, ਇਹਦੀ ਵਰ੍ਹੇਗੰਢ ਮਨਾਈ ਗਈ ਹੈ। ਇਹਦੇ ਦਰਮਿਆਨ ਅੰਦੋਲਨ ਨੂੰ ਹਰ ਪੱਖ ਤੋਂ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਸਿੱਖਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ। ਉਹਦੇ ਲਈ ਕਿਹੜੇ ਲੋਕ ਕੰਮ ਕਰਦੇ ਰਹੇ ਉਹ ਤਾਂ ਨਹੀਂ ਪਤਾ ਲੱਗਿਆ, ਪਰ ਇਹ ਪਤਾ ਲੱਗਿਆ ਤਕਰੀਬਨ 80 ਸੋਸ਼ਲ ਮੀਡੀਆ ਹੈਂਡਲਰਸ ਨੇ ਜਿਹੜੇ ਉਹਨਾਂ ਨੇ ਇਸ ਅੰਦੋਲਨ ਦੇ ਖਿਲਾਫ ਰੱਜ ਕੇ ਜਿਹੜਾ ਉਹ ਪ੍ਰਚਾਰ ਕੀਤਾ ਤੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ। ਪੰਜਾਬ ਦੇ ਵਿੱਚ ਵੀ ਇੱਥੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਪਟਿਆਲੇ ਦੇ ਵਿੱਚ ਬਹੁਤ ਜਿਹੜੀ ਆ ਉਹ ਕਿਰਕਰੀ ਹੋਈ ਆ। ਉਹਨਾਂ ਦੇ ਆਪਣੇ ਹੀ ਸ਼ਹਿਰ ਦੇ ਵਿੱਚ ਬ੍ਰਹਮ ਮਹਿੰਦਰੇ ਨੇ ਉਹਨਾਂ ਨੂੰ ਠੇਬੀ ਮਾਰੀ ਹੈ, ਖਾਸ ਤੌਰ ਤੇ ਜਦੋਂ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਜ਼ੋਰ ਅਜ਼ਮਾਈ ਹੋ ਰਹੀ ਸੀਗੀ ਕਾਉਂਸਲਰਸ ਦੀ ਬੇਭਰੋਸਗੀ ਤੇ ਭਰੋਸਗੀ ਵਾਲੇ ਮਤੇ ਦੀ। ਸਿੱਧੂ ਸਾਹਿਬ ਨੇ ਇਸ ਸਮੇਂ ਦੇ ਦੌਰਾਨ ਆਪਣੀ ਸਰਕਾਰ ਦੇ ਉੱਤੇ ਫਿਰ ਉਹੋ ਜਿਹਾ ਰੋਲ ਅਦਾ ਸ਼ੁਰੂ ਕਰ ਦਿੱਤਾ ਜੋ ਆਪੋਜੀਸ਼ਨ ਨੂੰ ਕਰਨਾ ਚਾਹੀਦਾ ਤੇ ਉਹ ਕਹਿੰਦੇ ਆ ਕਿ ਮੈਂ ਤੇ ਹੁਣ ਮਰਨ ਵਰਤ ਤੇ ਵੀ ਬੈਠ ਸਕਾਂਗਾ। ਇਹ ਸਾਰੀਆਂ ਗੱਲਾਂ ਨੇ, ਇਹਦੇ ਨਾਲ ਕੁਝ ਹੋਰ ਗੱਲਾਂ ਵੀ ਕਰਾਂਗੇ ਅਸੀਂ। ਪਰ ਪਹਿਲਾਂ ਪੰਨੂ ਸਾਹਿਬ, ਇਸ ਅੰਦੋਲਨ
ਦਾ ਜੋ ਲੇਖਾ ਜੋਖਾ ਉਹ ਤੇ ਅਸੀਂ ਕੀਤਾ ਕਈ ਪ੍ਰੋਗਰਾਮਾਂ ਦੇ ਵਿੱਚ, ਪਰ ਹੁਣ ਜੋ ਕਿਸਾਨਾਂ ਨੇ ਐਲਾਨ ਕਰ ਦਿੱਤਾ ਕਿ ਅੰਦੋਲਨ ਜਾਰੀ ਰਹੇਗਾ, ਕਿਉਂਕਿ ਜਿਹੜੀਆਂ ਮੰਗਾਂ ਲੈ ਕੇ ਉਹ ਤੁਰੇ ਸੀ ਔਰ 26 ਨਵੰਬਰ 2000 ਨੂੰ ਬੈਠੇ ਸੀ ਜਿਹੜੀਆਂ ਮੰਗਾਂ ਲੈ ਕੇ, ਉਹ ਮੰਗਾਂ ਤੇ ਉੱਥੇ ਹੀ ਖੜੀਆਂ ਹੋਈਆਂ ਨੇ। ਉਹਦੇ ਵਿੱਚੋਂ ਸਿਰਫ ਕਾਨੂੰਨਾਂ ਵਾਲੀ ਜਿਹੜੀ ਆ ਉਹ ਮੰਨੀ ਗਈ ਆ, ਤੇ ਜਿਹੜੀਆਂ ਮੰਗਾਂ ਜੁੜ ਗਈਆਂ ਉਹਦੇ ਵਿੱਚ ਹਿੰਸਾ ਵਾਲੀਆਂ ਜੁੜ ਗਈਆਂ, ਸ਼ਹੀਦ ਹੋ ਗਏ ਇੰਨੇ ਵੱਡੇ ਪੱਧਰ ਤੇ ਕਿਸਾਨ, ਤੇ ਹੁਣ ਸਮਾਰਕ ਦੀ ਵੀ ਗੱਲ ਕਰ ਰਹੇ ਨੇ। ਸੋ ਇਹ ਮੰਗਾਂ ਮੰਨਣ ਤੋਂ ਬਗੈਰ ਉਹ ਕਹਿੰਦੇ ਅਸੀਂ ਨਹੀਂ ਤੁਰਨਾ, ਤੇ ਅੰਦੋਲਨ ਦਾ ਇਹ ਮੂਡ ਬਣ ਗਿਆ ਹੋਇਆ ਕਿ ਜਿਸ ਹਿਸਾਬ ਨਾਲ 26 ਨਵੰਬਰ ਨੂੰ ਕਿਸਾਨ ਪੰਜਾਬ, ਹਰਿਆਣਾ, ਯੂਪੀ, ਮੱਧ ਪ੍ਰਦੇਸ਼, ਉੱਤਰਾਖੰਡ ਤੋਂ ਆਏ ਹੈ ਕਿ ਅੰਦੋਲਨ ਹੁਣ ਇੱਕ ਦੂਸਰੇ ਪੜਾਅ ਦੇ ਵਿੱਚ ਜਿਹੜਾ ਉਹ ਦਾਖਲ ਹੋ ਗਿਆ। ਬੜਾ ਸਾਹਿਬ, ਜਿਹੜੀਆਂ ਕਹਾਣੀਆਂ ਚੌਥੀ ਪੰਜਵੀਂ ਦੇ ਵਿੱਚ ਹੁੰਦੀਆਂ ਸੀ ਨਾ, ਉਹਨਾਂ ਕਹਾਣੀਆਂ ਦੀ ਸਮਝ ਹੀ ਹੁਣ ਆਉਣ ਲੱਗੀ ਹੈ। ਉਦੋਂ ਇੱਕ ਆਜੜੀ ਦੀ ਕਹਾਣੀ ਹੁੰਦੀ ਸੀ ਵੀ ਉਹ ਜਿਹੜਾ ਕਹਿੰਦਾ ਸੀ, ਮਜ਼ਾਕ ਕਰਦਾ ਸੀ, ਸ਼ੇਰ ਆਇਆ ਸ਼ੇਰ ਆਇਆ, ਤੇ ਜਦੋਂ ਸ਼ੇਰ ਆ ਗਿਆ ਤੇ ਫਿਰ ਉਹਦੀ ਮਦਦ ਲਈ ਕੋਈ ਨਹੀਂ ਆਇਆ। ਜਦੋਂ ਤੁਸੀਂ ਕਹੋਗੇ ਕਿ 15-15 ਲੱਖ ਰੁਪਏ ਤੁਹਾਡੇ ਆ ਜਾਣਗੇ, ਜਦੋਂ ਤੁਸੀਂ ਕਹੋਗੇ ਕਿ ਕਾਲਾ ਧਨ ਸਾਰੇ ਦਾ ਸਾਰਾ ਵਾਪਸ ਆ ਜਾਊਗਾ, ਜਦੋਂ ਤੁਸੀਂ ਇਹ ਕਹੋਗੇ ਕਿ ਮੈਨੂੰ ਤੁਸੀਂ 50 ਦਿਨ ਦੇ ਦਿਓ ਨਹੀਂ ਤਾਂ ਮੈਨੂੰ ਚੌਂਕ ਤੇ ਖੜਾ ਕਰ ਲਿਓ, ਜਦੋਂ ਇਦਾਂ ਦੀਆਂ ਤੁਸੀਂ ਗੱਲਾਂ ਕਰੋਗੇ ਤੇ ਇਹ ਆਜੜੀ ਵਾਲੀਆਂ ਸ਼ੇਰ ਆਇਆ ਸ਼ੇਰ ਅੰਦੋਲਨ ਦੇ ਰੂਪ 'ਚ ਆ ਗਿਆ। ਜਦੋਂ ਸ਼ੇਰ ਅੰਦੋਲਨ ਦੇ ਰੂਪ ਦੇ ਵਿੱਚ ਆ ਗਿਆ, ਉਹ ਆ ਕੇ ਬੈਠ ਗਿਆ ਬਰੂਹਾਂ ਦੇ ਉੱਤੇ, ਤੇ ਫਿਰ ਤੁਹਾਡੇ ਉੱਤੇ ਵਿਸ਼ਵਾਸ ਕੋਈ ਨਹੀਂ ਕਰ ਰਿਹਾ। ਦੇਖੋ, ਐਡੀ ਬੇਵਿਸ਼ਵਾਸੀ ਮੁਲਕ ਦੇ ਹੈੱਡ ਦੇ ਉੱਤੇ ਕਦੀ ਨਹੀਂ ਹੋਈ, ਅੱਜ ਤੱਕ ਨਹੀਂ ਹੋਈ। ਜੇ ਤੁਸੀਂ ਪੂਰੇ ਦਾ ਪੂਰਾ ਇਤਿਹਾਸ ਪੜ੍ਹ ਲਓ, ਕਿਉਂਕਿ ਇਹ ਸੀਗਾ ਬੜਾ ਸਾਹਿਬ, ਜਿਹੜੇ ਪ੍ਰਧਾਨ ਮੰਤਰੀ ਬੋਲਦੇ ਸੀ ਉਹ ਉਦੋਂ ਬੋਲਦੇ ਸੀ ਜਦੋਂ ਲੋੜ ਹੈ। ਜਦੋਂ ਤੁਸੀਂ ਬੋਲੀ ਜਾਓਗੇ ਤੇ ਫਿਰ ਉਹਦਾ ਅਸਰ ਉਹਨਾਂ ਨਹੀਂ ਜਿਹੜਾ ਉਹ ਰਹੂਗਾ। ਜਦੋਂ ਬੋਲਦੇ ਸੀ ਤੇ ਲੋਕ ਸੁਣਦੇ ਹੁੰਦੇ ਸੀਗੇ। ਪਹਿਲਾਂ 2-2 3 ਦਿਨ ਪਹਿਲਾਂ ਬੜਾ ਸਾਹਿਬ ਇਹ ਆਉਣਾ ਸ਼ੁਰੂ, ਪ੍ਰਧਾਨ ਮੰਤਰੀ ਰਾਸ਼ਟਰ ਨੂੰ ਸੰਬੋਧਨ ਕਰਨਗੇ, ਉਹਦਾ ਮਤਲਬ ਸੀ ਨਾ। ਬਿਲਕੁਲ ਸਹੀ ਗੱਲ। ਹੁਣ ਕੀ ਹੋ ਗਿਆ, ਤੇ ਫਲੈਸ਼ ਆਉਂਦੀ ਆ 15 ਮਿੰਟਾਂ 'ਚ ਪ੍ਰਧਾਨ ਮੰਤਰੀ ਰਾਸ਼ਟਰ ਨੂੰ ਸੰਬੋਧਨ ਕਰਨਗੇ, ਠੀਕ ਹੈ ਨਾ। ਉਹਦੇ ਨਾਲ ਇਹਦਾ ਇਹ ਹੋ ਗਿਆ ਵੀ ਛੱਡੋ ਜੀ, ਇਹ ਤੋਂ ਇੱਥੋਂ ਕੀ ਲੈਣਾ। ਨਾਲੇ ਪੰਨੂ ਸਾਹਿਬ, ਜਿਹੜੀ ਇਹਨਾਂ ਨੇ ਮਨ ਕੀ ਬਾਤ ਸ਼ੁਰੂ ਕੀਤੀ ਮੋਦੀ ਸਾਹਿਬ ਨੇ, ਦੇਖੋ ਪਿਛਲੇ 5 ਸਾਲ ਵੀ ਚਲਾਈ ਤੇ ਹੁਣ ਵੀ ਚੱਲੀ ਜਾ ਰਹੀ ਆ। ਲੋਕੀ ਸੁਣ ਕੇ ਅੱਕ ਗਿਆ, ਤੇ ਲੋਕੀ ਤੇ ਹੁਣ ਉਹਦੇ ਉੱਤੇ ਤੰਜ਼ ਕੱਸਣੇ ਸ਼ੁਰੂ ਹੋ ਗਏ ਹੋਏ ਆ ਕਿ ਕਿੰਨੀਆਂ ਕੁ ਮਨ ਕੀਆਂ ਬਾਤਾਂ ਪ੍ਰਧਾਨ ਮੰਤਰੀ ਹੁਣ ਤੇ ਉਹ ਕਹਿੰਦੇ ਆ। ਕਈਆਂ ਨੇ ਤੇ ਇਹ ਵੀ ਕਹਿ ਦਿੱਤਾ ਕਿ ਜੇ ਕਿ ਵਿਆਹ ਕਰਾਇਆ ਹੁੰਦਾ ਪ੍ਰਧਾਨ ਮੰਤਰੀ ਜੀ ਨੇ, ਉਹ ਸਰਲ ਸੰਪਤ ਕਹਿੰਦੇ ਆ, ਤੇ ਫਿਰ ਰੇਡੀਓ ਤੇ ਆ ਕੇ ਮਨ ਕੀ ਬਾਤ ਨਹੀਂ ਸੀ ਦੱਸਣੀ ਪੈਣੀ ਇਹਨਾਂ ਨੂੰ। ਤਾਂ ਇਸ ਕਰਕੇ ਉਹ ਬੇਵਿਸ਼ਵਾਸੀ ਹੋ ਗਈ, ਜਿਹਦੇ ਕਰਕੇ ਪ੍ਰਧਾਨ ਮੰਤਰੀ ਉਹਨਾਂ ਦੇ ਐਲਾਨ ਦੇ ਬਾਵਜੂਦ ਕਿਸਾਨ ਕਹਿੰਦੇ ਆ ਵੀ ਪਹਿਲਾਂ ਪਰਚੀ ਦਿਓ, ਵੀ ਪਰਚੀ ਤੋਂ ਮਤਲਬ ਲੋਕ ਸਭਾ ਰਾਜ ਸਭਾ ਦੇ ਵਿੱਚੋਂ ਰੱਦ ਕਰੋ, ਰਾਸ਼ਟਰਪਤੀ ਦੇ ਸਾਈਨ ਵਾਲਾ ਜਿਹੜਾ ਦਿਖਾਓ। ਦੂਜਾ, ਜਦੋਂ ਕੋਈ ਵੀ ਅੰਦੋਲਨ ਚੱਲਦਾ, ਜਦੋਂ ਇੰਨਾ ਲੰਮਾ ਉਹ ਅੰਦੋਲਨ ਚੱਲਦਾ, ਇਸੇ ਕਰਕੇ ਹੁੰਦਾ ਕਿ ਤੁਸੀਂ ਸਟਾਰਟਿੰਗ ਦੇ ਵਿੱਚ ਦੇਖੋ, ਜਦੋਂ ਤੁਸੀਂ ਕਰੋਨਾ ਕਾਲ ਦੇ ਵਿੱਚ ਆਰਡੀਨੈਂਸ ਲਿਆ ਰਹੇ ਹੋ, ਤੁਸੀਂ ਕਿਸੇ ਕਿਸਾਨ ਜਥੇਬੰਦੀ ਨੂੰ ਪੁੱਛ ਨਹੀਂ ਰਹੇ। ਤੁਸੀਂ ਬਿੱਲ ਲਿਆ ਰਹੇ ਹੋ, ਕਿਸੇ ਕਿਸਾਨ ਜਥੇਬੰਦੀ ਨੂੰ ਪੁੱਛ ਨਹੀਂ ਰਹੇ। ਜਦੋਂ ਸੰਵਿਧਾਨ ਦਿਵਸ ਦੇ ਉੱਤੇ ਪ੍ਰਧਾਨ ਮੰਤਰੀ ਕੱਲ ਸੰਬੋਧਨ ਕਰ ਰਹੇ ਸੀਗੇ, ਤਾਂ ਉਦੋਂ ਇਹ ਚੀਜ਼ਾਂ ਉਹਨਾਂ ਨੂੰ ਚੇਤੇ ਨਾ ਆਈਆਂ ਕਿ ਅਸੀਂ ਰਾਜ ਸਭਾ ਚੋਂ ਕਿਵੇਂ ਪਾਸ ਕਰਾਏ, ਅਸੀਂ ਬਹਿਸ ਨਹੀਂ ਕੀਤੀ। ਕਿਉਂ? ਸੰਵਿਧਾਨ ਦਾ ਪਾਰਟ ਨਹੀਂ। ਸੰਵਿਧਾਨ ਦੀਆਂ ਧੱਜੀਆਂ ਕਿਹਨੇ ਉਡਾਈਆਂ? ਪਹਿਲਾਂ 15 ਵਿਰੋਧੀ ਧਿਰਾਂ ਨੇ ਇਸ ਉਹਨਾਂ ਦੇ ਸੰਵਿਧਾਨ ਦਿਵਸ ਦੇ ਮੌਕੇ ਦੇ ਉੱਤੇ ਦਿੱਤੇ ਗਏ ਭਾਸ਼ਣ ਦਾ ਵਿਰੋਧ ਕੀਤਾ, ਜਿਹੜਾ ਕਿ ਪਾਰਲੀਮੈਂਟ ਦੇ ਵਿੱਚ ਸੀ। ਉਹ ਕਹਿੰਦੇ ਕਿ ਇਹ ਪ੍ਰਧਾਨ ਮੰਤਰੀ ਦਾ ਸੰਬੋਧਨ ਨਹੀਂ ਸੀ, ਸੰਵਿਧਾਨ ਨਾਲ ਰਿਲੇਟਡ ਸੀ। ਸੰਵਿਧਾਨ ਦੇ ਨਾਲ ਤਾਂ ਇਹ ਵੀ ਰਿਲੇਟਡ ਹੈ ਕਿ ਉਹ ਤਾਂ ਤੁਹਾਡੇ ਜਿਹੜੇ ਫੰਡਾਮੈਂਟਲ ਰਾਈਟਸ ਨੇ, ਜਿਹੜੇ ਮੌਲਿਕ ਅਧਿਕਾਰ ਨੇ, ਉਹ ਤੁਹਾਨੂੰ ਐਜੀਟੇਸ਼ਨ ਕਰਨ ਦਾ ਅਧਿਕਾਰ ਦਿੰਦੇ ਆ। ਕੰਧਾਂ ਕਿਹਨੇ ਖੜੀਆਂ ਕੀਤੀਆਂ, ਨੁਕੀਲੀਆਂ ਚੀਜ਼ਾਂ ਕਿਹਨੇ ਲਾਈਆਂ, ਕੰਡਿਆਂ ਵਾਲੀਆਂ ਤਾਰਾਂ ਕਿਹਨੇ ਲਾਈਆਂ, ਉਹ ਕੀ ਸੰਵਿਧਾਨ ਦੇ ਉਲਟ ਜਾ ਕੇ ਨਹੀਂ ਸੀ? ਬਲਕਿ ਸੰਵਿਧਾਨ ਦੇ ਵਿੱਚ ਕੀ ਲਿਖਿਆ ਕਿ ਕਿਹੜਾ ਸੈਂਟਰ ਦੇ ਅਧਿਕਾਰ ਦੇ ਖੇਤਰ ਦੇ ਵਿੱਚ ਆ, ਕਿਹੜਾ ਰਾਜਾਂ ਦੇ ਅਧਿਕਾਰ ਦੇ ਖੇਤਰ ਦੇ ਵਿੱਚ ਆ, ਉਹ ਕਿਸਾਨਾਂ ਨੇ ਤਾਂ ਯਾਦ ਕਰਵਾਇਆ ਜਾ ਕੇ। ਸੰਵਿਧਾਨ ਦਿਵਸ ਦੇ ਮੌਕੇ ਦੇ ਉੱਤੇ ਅਸਲ ਦੇ ਵਿੱਚ ਜਿਹੜਾ ਸੰਵਿਧਾਨ ਤੁਹਾਨੂੰ ਰਾਈਟ ਦਿੰਦਾ, ਉਹਦੀ ਗੱਲ ਜਿਹੜੀ ਇਕੁਐਲਿਟੀ ਦੀ, ਬਰਾਬਰਤਾ ਦੀ, ਧਰਮਾਂ ਦੇ ਨਾਂ ਦੇ ਉੱਤੇ ਨਾ ਲੜਨ ਦੀ, ਇਹ ਤਾਂ ਕਿਸਾਨਾਂ ਨੇ ਸਿਖਾਈ। ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਇਕੱਠ ਕੀਤਾ, ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਵੜੈਚ ਸਾਹਿਬ, ਉਹਦੀ ਅੱਧੋ-ਅੱਧ ਗਿਣਤੀ ਔਰਤਾਂ ਦੀ ਵੀ ਹੈ। ਬਹੁਤ ਵੱਡੀ। ਤੁਸੀਂ ਮੈਨੂੰ ਕਿਸੇ ਅੰਦੋਲਨ ਦੇ ਬਾਰੇ ਦੇ ਵਿੱਚ ਦੱਸੋ ਜਿਹਦੇ ਵਿੱਚ ਇੰਨੀ ਵੱਡੀ ਗਿਣਤੀ ਦੇ ਵਿੱਚ ਔਰਤਾਂ ਦੀ ਸ਼ਮੂਲੀਅਤ ਜਿਹੜੀ ਉਹ ਰਹੀ ਹੋਵੇ। ਬਹੁਤ ਵੱਡੀ ਸੀ ਹਰ ਪੱਖੋਂ। ਇੱਕ ਕਿਸਮ ਦੇ ਨਾਲ ਇਹ ਕਿਸਾਨ ਅੰਦੋਲਨ ਨੇ ਇੱਕ ਬੜਾ ਪੋਜ਼ਿਟਿਵ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ। ਜਦੋਂ ਵੀ ਕਦੇ ਅੰਦੋਲਨ ਹੋਣਗੇ, ਕਿਸਾਨ ਅੰਦੋਲਨ ਨੂੰ ਸਾਹਮਣੇ ਰੱਖ ਕੇ ਵੇਖਿਆ ਜਾਊਗਾ ਵੀ ਇਹ ਕਿਸਾਨ ਅੰਦੋਲਨ ਦੇ ਬਰਾਬਰ ਤੇ ਚਲੇ ਗਿਆ,
ਇਹ ਕਿਸਾਨ ਅੰਦੋਲਨ ਵਰਗਾ ਹੋ ਗਿਆ, ਪੈਰਾਮੀਟਰਸ ਫਿਕਸ ਕਰ ਦਿੱਤੇ ਉਹਨਾਂ ਨੇ, ਫਿਕਸ ਹੋ ਗਏ, ਇੱਕ ਲਾਈਨ ਖਿੱਚ ਦਿੱਤੀ। ਇਹਦੇ ਤੋਂ ਵੱਡੀ ਲਾਈਨ ਕਦੇ ਮੁੜ ਕੇ ਦੁਬਾਰਾ ਖਿੱਚੀ ਜਾਊਗੀ ਇਹ ਅਜੇ ਪਤਾ ਨਹੀਂ, ਪਰ ਇਸ ਕਿਸਾਨ ਅੰਦੋਲਨ ਨੇ ਮੀਲ ਪੱਥਰ ਲਾ ਦਿੱਤੇ। ਮੀਲ ਪੱਥਰ ਦਾ ਬੜਾ ਵੱਡਾ ਰੋਲ ਹੁੰਦਾ, ਉਹ ਕਿਤੇ ਨਹੀਂ ਜਾਂਦਾ, ਇੱਕ ਜਗ੍ਹਾ ਗੱਡਿਆ ਹੁੰਦਾ, ਉਹਦੇ ਉੱਤੋਂ ਪੜ ਕੇ ਲੋਕ ਆਪਣੀ ਮੰਜ਼ਿਲ ਤੇ ਪਹੁੰਚ ਜਾਂਦੇ। ਅਨੂ ਸਾਹਿਬ, ਇਹਨਾਂ ਦਿਨਾਂ 'ਚ ਖਬਰਾਂ ਆ ਰਹੀਆਂ ਸੀ ਕਿਉਂਕਿ ਕਿਸਾਨਾਂ ਨੂੰ ਬੜਾ ਤਜਰਬਾ ਹੋ ਗਿਆ ਇਸ ਸਾਲ ਦੇ ਦੌਰਾਨ ਕਿ ਕਿਵੇਂ ਏਜੰਸੀਆਂ ਕਿਸਾਨਾਂ ਦੇ ਅੰਦੋਲਨ ਨੂੰ ਤੋੜਨ ਵਾਸਤੇ, ਬਦਨਾਮ ਕਰਨ ਵਾਸਤੇ ਕਿੰਨਾ ਕੰਮ ਕੀਤਾ। ਖਾਸ ਤੌਰ ਤੇ ਜਿਹੜੀ 26 ਜਨਵਰੀ ਨੂੰ ਹਿੰਸਾ ਹੋਈ ਆ, ਉਹਦੇ ਤੋਂ ਕਿਸਾਨਾਂ ਨੇ ਬੜਾ ਸਬਕ ਸਿੱਖਿਆ। ਤੇ ਹੁਣ ਜਿਹੜੇ 29 ਤਰੀਕ ਨੂੰ ਲੋਕਾਂ ਨੇ ਜਾਣਾ ਹੈ, ਟਰੈਕਟਰ ਮਾਰਚ ਕਰਕੇ ਸੰਸਦ ਤੱਕ ਪਹੁੰਚਣਾ ਹੈ, ਉਹਦੇ ਬਾਰੇ, ਔਰ ਜੋ ਲੋਕ ਪੰਜਾਬ ਦੇ ਵਿੱਚੋਂ ਜਾਂ ਬਾਕੀ ਥਾਵਾਂ ਤੋਂ ਸ਼ਾਮਲ ਹੋ ਰਿਹਾ, ਪਤਾ ਇਹ ਲੱਗਿਆ ਕਿ ਸਾਰੀਆਂ ਜਥੇਬੰਦੀਆਂ ਨੇ ਆਪਣੇ ਆਪਣੇ ਕਾਡਰ ਦੇ ਵਿੱਚ ਆਇਡੈਂਟੀ ਕਾਰਡ ਇਸ਼ੂ ਕਰ ਦਿੱਤੇ ਆ ਕਿ ਜਿਹੜਾ ਕੋਈ ਬੰਦਾ ਉੱਥੇ ਫੜਿਆ ਜਾਵੇ ਤਾਂ ਉਹ ਤੋਂ ਪਤਾ ਲੱਗ ਸਕੇ, ਉਹ ਵਿਖਾਵੇ ਕਿ ਉਹ ਕਿਹੜੀ ਏਜੰਸੀ ਦਾ ਹੈਗਾ। ਜੇ ਉਹਦੇ ਕੋਲ ਆਇਡੈਂਟੀ ਕਾਰਡ ਹੈਗਾ, ਕਿਹੜੀ ਜਥੇਬੰਦੀ ਦੱਸੂਗੀ, ਤੇ ਜੇ ਉਹਦੇ ਕੋਲ ਨਹੀਂ ਹੈਗਾ ਤੇ ਪਤਾ ਲੱਗੂਗਾ ਕਿ ਇਹ ਕੋਈ ਨਾ ਕੋਈ ਏਜੰਸੀ ਨੇ ਭੇਜਿਆ ਹੋਇਆ ਸ਼ਰਾਰਤੀ ਹੈ। ਇਹ ਬੜੀ ਵੱਡੀ ਸੀਖ ਹੈ ਇਹਨਾਂ ਵਾਸਤੇ। ਦੂਸਰੀ ਗੱਲ ਇਹ, ਤੁਸੀਂ ਸੰਵਿਧਾਨ ਦੀ ਗੱਲ ਕੀਤੀ ਹੈ, ਸੰਵਿਧਾਨ ਦੀਆਂ ਧੱਜੀਆਂ ਤਾਂ ਪ੍ਰਧਾਨ ਮੰਤਰੀ ਜਿਵੇਂ ਹੁਣ ਕਹਿੰਦੇ ਅੱਜ ਵੀ ਸੰਵਿਧਾਨ ਦਿਵਸ ਤੇ ਉਹਨਾਂ ਨੇ ਸੁਨੇਹਾ ਦਿੱਤਾ। ਸਭ ਤੋਂ ਪਹਿਲਾਂ ਤੇ ਧੱਜੀਆਂ ਉਹਨਾਂ ਨੇ ਕਰੋਨਾ ਕਾਲ ਦੇ ਦੌਰਾਨ ਉਡਾਈਆਂ ਕਿ ਖੇਤੀ ਬਿੱਲਾਂ ਦੀ ਲੋੜ ਨਹੀਂ ਸੀ ਤੇ ਤੁਸੀਂ ਆਰਡੀਨੈਂਸ ਲਿਆਂਦਾ, ਪੁੱਛੇ ਹੀ ਨਹੀਂ ਕਿਸੇ ਨੂੰ। ਪਹਿਲਾਂ ਉਦੋਂ ਹੋਈਆਂ ਤੇ ਹੁਣ ਭਾਵੇਂ ਚੰਗਾ ਫੈਸਲਾ ਹੈ ਵਾਪਸ ਲੈਣ ਵਾਲਾ, ਪਰ ਉਦੋਂ ਵੀ ਇਹਨਾਂ ਨੇ ਕਿਸੇ ਨੂੰ ਨਹੀਂ ਪੁੱਛਿਆ। ਕੋਈ ਕੈਬਨਿਟ ਮੀਟਿੰਗ ਬਾਅਦ 'ਚ ਹੋਈ ਹੈ ਬਿੱਲ ਲਿਆਉਣ ਵਾਸਤੇ ਕਿ ਸੈਸ਼ਨ 'ਚ ਬਿੱਲ ਲਿਆਉਣਾ, ਪਰ ਪ੍ਰਧਾਨ ਮੰਤਰੀ ਦੇ ਐਲਾਨ ਤੋਂ ਪਹਿਲਾਂ ਕੋਈ ਕੈਬਨਿਟ ਮੀਟਿੰਗ ਨਹੀਂ ਹੋਈ। ਕਿਸੇ ਨਾਲ ਉਹਨਾਂ ਨੇ ਫੈਸਲਾ ਨਹੀਂ ਕੀਤਾ, 2 ਜਣਿਆਂ ਨੇ ਕੀਤਾ ਜਾਂ 3 ਜਣਿਆਂ ਨੇ ਕੀਤਾ ਤੇ ਚੁੱਪ ਚਪੀਤੇ ਫੈਸਲਾ ਕਰ ਦਿੱਤਾ। ਜਦੋਂ ਤੁਸੀਂ ਸੰਵਿਧਾਨ ਨੂੰ ਇਸ ਤਰ੍ਹਾਂ ਉਹਦੀ ਬਰਖਲਾਫੀ ਕਰਨ ਦੇ ਐਗਜ਼ਾਮਪਲਸ ਸੈੱਟ ਕਰੋਗੇ ਤਾਂ ਫਿਰ ਤੁਹਾਡੇ ਤੋਂ ਦੂਸਰੇ ਲੋਕਾਂ ਤੋਂ ਤੁਸੀਂ ਕੀ ਆਸ ਕਰ ਸਕਦੇ ਹੋ? ਵੈਸੇ ਸੰਵਿਧਾਨ ਐਕਚੁਅਲੀ ਕੀ ਹੈ? ਸੰਵਿਧਾਨ ਇੱਕ ਢਾਂਚਾ, ਠੀਕ ਹੈ ਨਾ? ਬਿਲਕੁਲ। ਉਸ ਢਾਂਚੇ ਨੇ ਉਹਦੇ ਵਿੱਚ ਰਹਿ ਕੇ ਚੱਲਣਾ। ਜਦੋਂ ਤੁਸੀਂ ਢਾਂਚੇ ਤੋਂ ਸਾਈਡ ਤੇ ਹੋ ਕੇ, ਬਿਲਕੁਲ ਤੁਹਾਡੀ ਗੱਲ ਠੀਕ ਹੈ, ਜਿਹੜੇ ਸੰਘਰਸ਼ ਕਰ ਰਹੇ ਆ ਉਹਨਾਂ ਜਥੇਬੰਦੀਆਂ ਨੂੰ ਤਾਂ ਛੱਡੋ, ਤੁਹਾਡਾ ਪੁਆਇੰਟ ਬਿਲਕੁਲ ਵਾਜਬ ਹੈ, ਉਹਨਾਂ ਨੂੰ ਤਾਂ ਸਾਈਡ ਤੇ ਕਰ ਦਿਓ ਤੁਸੀਂ ਕਿ ਉਹਨਾਂ ਨੂੰ ਸੱਦਿਆ ਕਿ ਨਹੀਂ। ਤੁਸੀਂ ਤਾਂ ਮੰਤਰੀ ਮੰਡਲ ਦੀ ਮੀਟਿੰਗ ਵੀ ਨਹੀਂ ਕੀਤੀ, ਆਪਣੀ ਵੀ ਨਹੀਂ ਕੀਤੀ ਤੁਸੀਂ, ਠੀਕ ਹੈ ਨਾ? ਤੁਸੀਂ ਆ ਕੇ ਸਿੱਧਾ ਐਲਾਨ ਕਰ ਰਹੇ ਹੋ ਅਸੀਂ ਵਾਪਸ ਲੈ ਰਹੇ ਹਾਂ। ਫਿਰ 1 ਸਾਲ ਕਿਉਂ ਪਾਇਆ? 700 ਦੇ ਕਰੀਬ ਲੋਕਾਂ ਦੀ ਜਾਨ ਚਲੇਗੀ। ਉਹ ਕਦ ਲਈ ਚਲੇਗੀ? 48,000 ਮਾਮਲੇ ਦਰਜ ਹੋਏ। ਬਿਲਕੁਲ। ਤੁਸੀਂ ਉਸ ਦਿਨ ਇਹ ਤਾਂ ਕਰ ਦਿੰਦੇ ਨਾ, MSP ਵਾਲੇ ਮਾਮਲੇ ਦੇ, ਤੁਸੀਂ ਆਓ ਕਮੇਟੀ ਬਣਾ ਲਓ। ਬਿਲਕੁਲ, ਤੁਸੀਂ ਕਮੇਟੀ ਬਣਾ ਦਿਓ, ਉਹਨਾਂ ਦੇ ਨਾਲ ਬੈਠ ਲਓ, ਇਹ ਵੀ ਕਹਿ ਦਿਓ ਕਿ ਜਿੰਨੇ ਪਰਚੇ ਦਰਜ ਕੀਤੇ ਆ ਅਸੀਂ ਵਾਪਸ ਕਰਾਂਗੇ। ਇਹ ਹੁੰਦਾ ਜਦੋਂ ਵੀ ਅੰਦੋਲਨ ਕੋਈ ਸਮਾਪਤ ਹੁੰਦਾ ਤੇ ਉਹਦੇ ਵਿੱਚ ਇਹ ਪਹਿਲੀ ਮੱਦ ਹੁੰਦੀ ਹੈ। ਸਾਹਿਬ, ਜਿਹੜੀ ਇਹਨਾਂ ਨੇ ਕਮੇਟੀ ਦੀ ਗੱਲ ਕੀਤੀ ਹੈ ਪ੍ਰਧਾਨ ਮੰਤਰੀ ਹੋਣਾ ਨੇ ਕਿ ਅਸੀਂ ਕਮੇਟੀ ਬਣਾਵਾਂਗੇ, ਮੈਨੂੰ ਲੱਗਦਾ ਹੈ ਕਮੇਟੀਆਂ ਬਹੁਤ ਬਣਦੀਆਂ ਨੇ, ਕਮਿਸ਼ਨ ਵੀ ਬੜੇ ਬਣਦੇ ਆ, ਪਰ ਜਿਹੜੀਆਂ ਉਹਨਾਂ ਦੀਆਂ ਰਿਕਮੈਂਡੇਸ਼ਨ ਹੁੰਦੀਆਂ ਨੇ ਉਹ ਕਦੇ ਸਰਕਾਰਾਂ ਨਹੀਂ ਮੰਨਦੀਆਂ। ਇਹਦੇ ਵਿੱਚ ਇਹ ਮੱਦ ਹੋਣੀ ਚਾਹੀਦੀ ਆ ਕਿ ਕਮੇਟੀ ਬਣਾਵਾਂਗੇ, ਕਮੇਟੀ ਜੋ ਫੈਸਲਾ ਕਰ ਦੂਗੀ ਉਹ ਇਨ ਬਿਨ ਲਾਗੂ ਹੋਏਗਾ। ਇਹ ਨਹੀਂ ਕਿ ਸਰਕਾਰ ਉਹਦੇ ਤੇ ਪਹਿਲਾਂ ਵਿਚਾਰ ਕਰੇਗੀ ਕੈਬਨਿਟ 'ਚ, ਫਿਰ ਕੈਬਨਿਟ ਇੱਕ ਹੋਰ ਕਮੇਟੀ ਬਣਾਏਗੀ, ਫਿਰ ਉਹਦੇ ਉੱਤੇ ਇੱਕ ਫਾਈਨਲ ਕਮੇਟੀ ਬਣੇਗੀ। ਸੋ ਕਰਦਿਆਂ ਕਰਾਉਂਦਿਆਂ 24 ਲੈ ਆਉਣਗੇ। ਇਹਦਾ ਮਤਲਬ ਇਹ ਕਮੇਟੀਆਂ ਬਣਾਉਣ ਦਾ ਹੁਣ ਤੱਕ ਇਹ ਆ, ਕਮੇਟੀ ਦੀਆਂ ਰਿਕਮੈਂਡੇਸ਼ਨ ਸਰਕਾਰ ਦੇ ਉੱਤੇ ਬਾਈਂਡਿੰਗ ਹੋਣੀਆਂ ਚਾਹੀਦੀਆਂ ਨੇ ਕਿ ਉਹ ਮੰਨੀਆਂ ਜਾਣਗੀਆਂ। ਬਿਲਕੁਲ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਔਰ ਦੂਜਾ, ਅਜੇ ਵੀ ਤੁਸੀਂ ਦੇਖੋ, ਚਾਹੇ ਉਹ ਪੰਜਾਬ ਦੇ ਕੁਛ ਆਗੂ ਨੇ ਜਿਨ੍ਹਾਂ ਦੇ ਮੂੰਹ ਕੰਨਾਂ ਤੱਕ ਪਾਟੇ ਆ, ਉਹ ਅਜੇ ਵੀ ਰੁਕ ਨਹੀਂ ਰਹੇ, ਉਹੀ ਕੁਝ ਬੋਲੀ ਜਾਂਦੇ ਆ। ਕੁਛ ਆਗੂ ਜਿਹੜੇ ਨੈਸ਼ਨਲ ਲੈਵਲ ਦੇ ਉੱਤੇ ਉਹ ਇਹ ਕਹੀ ਜਾਂਦੇ ਆ ਆਉਣਗੇ ਤਾਂ ਸਹੀ ਕਾਨੂੰਨ ਦੁਬਾਰਾ ਕਿਸੇ ਹੋਰ ਤਰੀਕੇ ਦੇ ਨਾਲ ਆਉਣਗੇ। ਮੈਂ ਕਹਿੰਦਾ ਜੀ ਕਿ ਇਹ ਜਿਹੜਾ ਅੰਦੋਲਨ ਹੈ ਇਹਨੇ ਇੱਕ ਇਸ ਤਰ੍ਹਾਂ ਦਾ ਇਤਿਹਾਸ ਸਿਰਜ ਦਿੱਤਾ। ਕਿਸਾਨਾਂ ਸੰਬੰਧੀ ਬਿੱਲ ਲਿਆਉਣ ਤੋਂ ਪਹਿਲਾਂ, ਕਾਨੂੰਨ ਲਿਆਉਣ ਤੋਂ ਪਹਿਲਾਂ ਕੋਈ ਵੀ ਸਿਆਸੀ ਧਿਰ ਥਰ-ਥਰ ਕੰਬੂਗੀ, ਔਰ ਕਿਸਾਨਾਂ ਨੂੰ ਕੰਸਲਟ ਕੀਤੇ ਤੋਂ ਬਿਨਾਂ ਨਹੀਂ ਹੋ ਸਕਦਾ ਕੋਈ ਵੀ ਬਿੱਲ ਭਵਿੱਖ ਦੇ ਵਿੱਚ ਕਾਨੂੰਨ ਨਹੀਂ ਬਣ ਸਕੇਗਾ, ਨਹੀਂ ਬਣ ਸਕੂਗਾ। ਔਰ ਇਹਦੇ ਨਾਲ ਜਿਹੜੀਆਂ ਬਾਕੀ ਮੰਗਾਂ ਨੇ ਉਹ ਅਸੀਂ ਜ਼ਿਕਰ ਕੀਤਾ, ਜਿਵੇਂ ਕਿ ਉਹ MSP ਤੇ ਹੈ ਕਿ MSP ਕਾਨੂੰਨ ਬਣਾਓ। ਕਾਨੂੰਨ ਬਣਾਉਣ 'ਚ ਸਰਕਾਰ ਨੂੰ ਹਰਜ਼ ਕੀ ਹੈ? ਜਿਵੇਂ ਕਿ ਸਰਕਾਰ ਇਹ ਨਹੀਂ ਦੱਸ ਸਕੀ ਕਿ ਉਹ ਪਿਛਲੇ ਵਰੇ ਜੂਨ ਦੇ ਵਿੱਚ ਆਰਡੀਨੈਂਸ ਕਿਉਂ ਲੈ ਕੇ ਆਈ। ਨੰਬਰ 2, ਜੇਕਰ ਉਹ ਇਹ ਕਾਨੂੰਨ ਰੱਦ ਕਰਦੀ ਹੈ ਤਾਂ ਸਰਕਾਰ ਦਾ ਨੁਕਸਾਨ ਕੀ ਹੁੰਦਾ। ਤੇ ਹੁਣ ਇਹ ਵੀ ਦੱਸਣ ਵਿੱਚ ਮੈਨੂੰ ਪਨੂ ਸਾਹਿਬ ਸਰਕਾਰ ਵੀ ਫੇਲ ਹੈ, ਲੀਡਰਸ਼ਿਪ ਵੀ ਫੇਲ ਹੈ ਕਿ ਜੇ MSP ਕਾਨੂੰਨ ਬਣ ਜਾਂਦਾ
ਤੇ ਨੁਕਸਾਨ ਕਿਹਦਾ ਹੁੰਦਾ ਹੈ? ਉਹਦੇ 'ਚ ਗਲਤ ਪ੍ਰਚਾਰ ਕੀਤਾ ਜਾ ਰਿਹਾ ਨਾ ਵੜੈਚ ਸਾਹਿਬ ਕਿ ਜੀ ਇਹ ਸਰਕਾਰ ਦੇ ਉੱਤੇ ਬੋਝ ਪੈ ਜਾਊਗਾ, ਸਰਕਾਰ ਇੰਨਾ ਬੋਝ ਨਹੀਂ ਝੱਲ ਸਕਦੀ। ਇਸ ਤਰ੍ਹਾਂ ਨਹੀਂਗਾ, ਇਸ ਤਰ੍ਹਾਂ ਨਹੀਂ ਹੈਗਾ, ਬਿਲਕੁਲ ਗਲਤ ਕਿਹਾ ਜਾ ਰਿਹਾ। ਕੋਈ ਇੱਕ ਚੀਜ਼ ਜਿਹੜੀ ਤੁਸੀਂ ਸਟੋਰ ਦੇ ਵਿੱਚੋਂ ਦੁਕਾਨ ਤੋਂ ਲੈਂਦੇ ਹੋ ਉਹਦੇ ਉੱਤੇ ਮੈਕਸਿਮਮ ਰੀਟੇਲ ਪ੍ਰਾਈਸ ਲਿਖੀ ਹੈ 100 ਰੁਪਏ, ਠੀਕ ਹੈ ਨਾ, ਵੀ ਇਦੋਂ ਤੁਸੀਂ ਉੱਪਰ ਨਹੀਂ ਵੇਚਣਾ। ਕਿਸਾਨ ਮੈਕਸਿਮਮ ਰੀਟੇਲ ਪ੍ਰਾਈਸ ਨਹੀਂ ਮੰਗ ਰਹੇ, ਉਹ ਤਾਂ ਮਿਨੀਮਮ ਸਪੋਰਟ ਪ੍ਰਾਈਸ ਮੰਗਦੇ ਆ। ਜਿੰਨਾ ਸਰਕਾਰ ਨੇ ਖਰੀਦਣਾ ਉਹ ਖਰੀਦ ਲੇ, ਜਿਹੜਾ ਬਾਅਦ ਚ ਪ੍ਰਾਈਵੇਟ ਪਲੇਅਰ ਦੂਜੇ ਤੀਜੇ ਜਿਹਨੇ ਵੀ ਖਰੀਦਣਾ ਉਹ ਉਦੋਂ ਘੱਟ ਨਾ ਖਰੀਦ, ਉਹ ਐਮਐਸਪੀ ਤੇ ਖਰੀਦੇ। ਇਹ ਗਲਤ ਪ੍ਰਚਾਰ ਕੀਤਾ ਜਾ ਰਿਹਾ ਕਿ ਕਿਸਾਨ ਇਹ ਕਹਿੰਦੇ ਆ ਵੀ ਸਾਡੀ ਪੂਰੀ ਦੀ ਪੂਰੀ ਫਸਲ ਸਰਕਾਰ ਖਰੀਦੇ। ਇਸ ਤਰ੍ਹਾਂ ਨਹੀਂ ਗਾ, ਇਹ ਬਿਲਕੁਲ ਪ੍ਰਚਾਰ ਗਲਤ ਹੈ। ਇਸ ਚੀਜ਼ ਨੂੰ ਸਾਨੂੰ ਅੱਗੇ ਲਿਆਉਣਾ ਚਾਹੀਦਾ। ਦੂਸਰੀ ਗੱਲ ਕਿ ਕੈਪਟਨ ਸਾਹਿਬ ਨੇ ਕਹਿ ਦਿੱਤਾ, ਕਿਉਂਕਿ ਕੈਪਟਨ ਸਾਹਿਬ ਦਾ ਬੀਜੇਪੀ ਵੱਲ ਜਿਹੜਾ ਝੁਕਾਅ ਹੋ ਗਿਆ, ਬਿਲਕੁਲ ਸਪਸ਼ਟ ਹੋ ਗਿਆ। ਉਹਨਾਂ ਨੇ ਕਿਹਾ ਕਿ ਮੈਂ ਉਹਨਾਂ ਲਈ ਪ੍ਰਚਾਰ ਵੀ ਕਰੂੰਗਾ ਯੂਪੀ 'ਚ, ਮੋਦੀ ਸਾਹਿਬ ਮੇਰੇ ਲਈ ਆ ਕੇ ਕਰਨ ਇੱਥੇ। ਕੈਪਟਨ ਸਾਹਿਬ ਕਹਿ ਰਹੇ ਕਿ ਹੁਣ ਤੇ ਕਿਸਾਨਾਂ ਨੂੰ ਵਾਪਸ ਆ ਜਾਣਾ ਚਾਹੀਦਾ। ਮੈਂ ਕਹਿੰਦਾ ਕਿ ਕੀ ਕਿਸਾਨ ਤੁਹਾਨੂੰ ਪੁੱਛ ਕੇ ਗਏ ਸੀ ਵੀ ਉਹ ਤੁਹਾਡੇ ਕਹਿਣ ਤੇ ਵਾਪਸ ਆ ਜਾਣਗੇ? ਔਰ ਤੁਸੀਂ ਕਿੰਨਾ ਕੁ ਰੋਲ ਅਦਾ ਕੀਤਾ ਇਹਦੇ ਵਿੱਚ? ਤੁਸੀਂ ਤੇ 4.5 ਸਾਲ ਜਿਹੜਾ ਉਹ ਆਪਣੇ ਮਹਿਲਾਂ ਚੋਂ ਨਹੀਂ ਨਿਕਲੇ, ਅੰਦੋਲਨ ਦੇ ਦੌਰਾਨ ਵੀ ਤੁਸੀਂ ਨਹੀਂ ਬਾਹਰ ਆਏ, ਤੁਸੀਂ ਇੱਕ ਵਾਰ ਵੀ ਜਾ ਕੇ ਮੋਰਚਿਆਂ ਵਾਲਿਆਂ ਨਾਲ ਨਹੀਂ ਖੜੇ, ਬਜਾਏ ਇਸ ਦੇ ਕਿ ਉਹਨਾਂ ਨਾਲ ਖੜਨ ਦੇ ਤੁਸੀਂ ਅਮਿਤ ਸ਼ਾਹ ਹੋਣਾ ਨਾਲ ਜਾ ਕੇ ਹੱਥ ਮਿਲਾਉਂਦੇ ਰਹੇ ਹੋ। ਤੁਸੀਂ ਉਹ ਸੋਫਿਆਂ ਵਾਲੇ ਟਰੈਕਟਰ ਤੇ ਫਿਰਦੇ ਸੋਫਿਆਂ ਵਾਲੇ ਟਰੈਕਟਰ ਤੇ ਫਿਰਦੇ ਸੀਗੇ ਜਦੋਂ ਇੱਥੇ ਕੱਢਿਆ ਗਿਆ। ਤੇ ਤੁਸੀਂ ਕਿਹੜੇ ਮੂੰਹ ਨਾਲ ਇਹ ਗੱਲ ਕਹਿੰਦੇ ਹੋ ਕਿ ਤੁਸੀਂ ਹੁਣ ਤੇ ਵਾਪਸ ਆ ਜਾਓ? ਤੁਹਾਡਾ ਰੋਲ ਕੀ ਹੈ ਇਹਦੇ ਵਿੱਚ? ਹਾਂਜੀ ਨਹੀਂ, ਬਿਲਕੁਲ ਆਈ ਥਿੰਕ ਉਹ ਤਾਂ ਉਹੀ ਕਹਿ ਰਿਹਾ ਜੋ ਇੱਥੇ ਹਰਜੀਤ ਸਿੰਘ ਗਰੇਵਾਲ ਕਹਿ ਰਿਹਾ, ਜਾਂ ਸੁਜੀਤ ਕੁਮਾਰ ਜਿਆਣੀ ਕਹਿ ਰਿਹਾ, ਜਾਂ ਸੈਂਟਰ ਦੇ ਵਿੱਚ ਬੈਠੇ ਕੁਝ ਆਪਣੇ ਮਨੋਹਰ ਲਾਲ ਖੱਟੜ ਜਿਹੜਾ ਉਹ ਕਹਿ ਰਿਹਾ, ਸੇਮ ਬਿਆਨ ਨੇ। ਇਹ ਤਾਂ ਹੁਣ ਗੱਲ ਕਲੀਅਰ ਹੋ ਗਈ ਨਾ ਜਦੋਂ ਉਹ ਕਹਿੰਦੇ ਕਿ ਮੈਂ ਉੱਤਰ ਪ੍ਰਦੇਸ਼ ਦੇ ਵਿੱਚ ਤੇ ਉੱਤਰਾਖੰਡ ਦੇ ਵਿੱਚ ਭਾਜਪਾ ਲਈ ਪ੍ਰਚਾਰ ਕਰੂੰਗਾ, ਤੇ ਆਪਾਂ ਅੱਗੇ ਜਾ ਕੇ ਗੱਲ ਵੀ ਕਰਦੇ ਹਾਂ। ਉਹ ਕਹਿੰਦੇ ਕਿਉਂਕਿ ਮੇਰਾ ਕਾਂਗਰਸ ਦੇ ਵਿਰੋਧ ਦੇ ਵਿੱਚ ਬੋਲਣਾ ਭਾਜਪਾ ਦੇ ਬਹੁਤ ਹੱਕ 'ਚ ਜਾਊਗਾ, ਔਰ ਭਾਜਪਾ ਵਾਲੇ ਇਹ ਕਹਿੰਦੇ ਆ ਕਿ ਉਹਨਾਂ ਦੀ ਬਹੁਤ ਵੱਡੀ ਸ਼ਾਖ ਹੈ ਸਿੱਖ ਭਾਈਚਾਰੇ ਦੇ ਵਿੱਚ। ਕਿਹੋ ਜਿਹੀ ਸ਼ਾਖ ਆ ਆਪਾਂ ਅੱਗੇ ਚੱਲ ਕੇ ਗੱਲ ਕਰਦੇ ਹਾਂ ਵੈਸੇ ਪਟਿਆਲੇ ਦੇ ਬਾਰੇ 'ਚ। ਇਸ ਅੰਦੋਲਨ ਦੇ ਦੌਰਾਨ ਤੁਸੀਂ ਦੇਖਿਆ ਕਿ ਸੋਸ਼ਲ ਮੀਡੀਆ ਦੇ ਉੱਤੇ, ਟਵਿੱਟਰ ਦੇ ਉੱਤੇ ਕਿੰਨੀ ਉਹ ਟੂਲ ਕਿਟ ਵਾਲਾ ਮਸਲਾ ਜਿਹੜਾ ਚੱਲਿਆ ਸੀਗਾ, ਔਰ ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਟਵਿੱਟਰ, ਫਿਰ ਫੇਸਬੁੱਕ ਦੇ ਉੱਤੇ, ਵਟਸਐਪ ਦੇ ਉੱਤੇ ਕਿੰਨੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹੀਆਂ ਨੇ ਬਦਨਾਮ ਕਰਨ ਵਾਸਤੇ। ਅੱਤਵਾਦੀ ਕਿਹਾ, ਖਾਲਿਸਤਾਨੀ ਕਿਹਾ, ਸਰਕਾਰੀ ਮੀਡੀਆ ਤੇ ਚੁੱਪ ਰਿਹਾ। ਇਸ ਸਾਰੇ ਅੰਦੋਲਨ ਬਾਰੇ ਤਕਰੀਬਨ ਆਲ ਇੰਡੀਆ ਰੇਡੀਓ ਤੇ ਦੂਰਦਰਸ਼ਨ ਚੁੱਪ ਹੀ ਰਹੇ ਆ। ਉਹ ਤਾਂ ਸਰਕਾਰ ਦੀ ਗੱਲ ਕਰਦੇ ਸੀ ਕਿਉਂਕਿ ਉਸ ਤੋਂ ਬਿਨਾਂ ਉਹ ਬੋਲ ਨਹੀਂ ਸਕਦੇ। ਪਰ ਜਿਹੜੇ ਦੂਸਰੇ ਚੈਨਲ ਆਪਣੇ ਆਪ ਨੂੰ ਨੈਸ਼ਨਲ ਮੀਡੀਆ ਕਹਿੰਦੇ ਆ, ਉਹ ਵੀ ਕਹਿਣ ਲੱਗ ਪਏ ਕਿ ਜੀ ਇਹ ਖਾਲਿਸਤਾਨੀਆਂ ਦਾ ਅੰਦੋਲਨ ਹੈ, ਫਲਾਣਾ ਦਾ। ਪਰ ਹੁਣ ਇੱਕ ਲੰਡਨ ਬੇਸਡ ਇੱਕ ਸੰਸਥਾ ਹੈ CIR, ਉਸ ਨੇ ਖੁਲਾਸਾ ਕੀਤਾ ਹੈ ਕਿ ਇਸ ਅੰਦੋਲਨ ਦੌਰਾਨ 80 ਇਸ ਤਰ੍ਹਾਂ ਦੇ ਅਕਾਊਂਟ ਸੀ ਸੋਸ਼ਲ ਮੀਡੀਆ ਤੇ ਜਿਨ੍ਹਾਂ ਨੂੰ ਸਿਰਫ ਤੇ ਸਿਰਫ ਕਿਸਾਨ ਅੰਦੋਲਨ ਤੇ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਵਰਤਿਆ ਗਿਆ। ਔਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਇੰਡੀਵਿਜੂਅਲਸ ਵੱਲੋਂ ਚਲਾਏ ਗਏ ਆ, ਪਰ ਫੇਕ ਆਇਡੈਂਟੀਟੀ ਬਣਾ ਕੇ ਚਲਾਏ ਗਏ ਆ। ਕੀ ਹੁਣ ਸਰਕਾਰ ਦਾ ਪੰਨੂ ਸਾਹਿਬ ਇਸ ਵਕਤ ਤੇ ਰੋਲ ਨਹੀਂ ਬਣਦਾ? ਜਿਹੜੀ ਸਰਕਾਰ ਕਹਿੰਦੀ ਸੀ ਕਿ ਅਸੀਂ ਕਿਸਾਨਾਂ ਨੂੰ ਇਹ ਨਹੀਂ ਕਹਿੰਦੇ, ਅਸੀਂ ਇਹਨਾਂ ਨੂੰ ਬਦਨਾਮ ਨਹੀਂ ਕਰਦੇ, ਹਾਲਾਂਕਿ ਪ੍ਰਧਾਨ ਮੰਤਰੀ ਨੇ ਤੇ ਪਾਰਲੀਮੈਂਟ ਵਿੱਚ ਉਹਨਾਂ ਨੂੰ ਅੰਦੋਲਨ ਜੀਵੀ ਕਹਿ ਦਿੱਤਾ ਸੀਗਾ। ਇਹ 80 ਅਕਾਊਂਟਸ ਦੇ ਹੈਂਡਲਰਸ ਨੂੰ ਲੱਭਿਆ ਨਹੀਂ ਜਾ ਸਕਦਾ? ਅੱਜ ਦੀ ਟੈਕਨੋਲੋਜੀ ਤਾਂ ਫਟਾਫਟ ਲੱਭ ਲੈਂਦੀ ਹੈ। ਇਹ ਸਵਾਲ ਸਰਕਾਰ ਦੇ ਉੱਤੇ ਪੰਨੂ ਸਾਹਿਬ ਬਣਦਾ ਹੈ ਕਿ ਅੱਜ ਸਰਕਾਰ ਇਹਨਾਂ ਲੋਕਾਂ ਨੂੰ ਕੱਢ ਕੇ ਬਾਹਰ ਲਿਆਵੇ ਕਿ ਆਹ ਲੋਕ ਨੇ ਜੀ, ਔਰ ਪਤਾ ਲੱਗੇ ਕਿ ਉਹ ਲੋਕ ਕੌਣ ਨੇ। ਉਹ ਭਾਰਤੀ ਜਨਤਾ ਪਾਰਟੀ ਦੇ ਨੇ, ਸਰਕਾਰ ਦੇ ਨੇ, ਜਾਂ ਕੋਈ ਹੋਰ ਏਜੰਸੀਆਂ ਕੰਮ ਕਰਦੀਆਂ ਪਈਆਂ ਨੇ। ਬਿਲਕੁਲ, ਐਕਚੁਅਲੀ ਇਹ ਉਹ ਟਰੋਲ ਆਰਮੀ ਹੈ। ਜੀ ਬਿਲਕੁਲ ਬਿਲਕੁਲ 80 ਨਹੀਂ ਜੀ, ਇਹ ਤਾਂ 80,000 ਹੋਣਗੇ ਜੀ, ਜ਼ਿਆਦਾ ਵੀ ਹੋ ਸਕਦੇ ਆ। 80,000 ਤੋਂ ਵੀ ਜ਼ਿਆਦਾ ਹੋ ਸਕਦੇ। ਬਿਲਕੁਲ ਇਹ ਗੱਲ ਤੁਹਾਡੀ ਠੀਕ ਹੈ, ਕਿਉਂਕਿ ਇਹ ਕੀ ਕਰਦੇ ਨੇ, ਮਗਰ ਪੈਂਦੇ ਨੇ। ਮੈਂ ਖੁਦ ਟਰੋਲ ਆਰਮੀ ਦਾ ਬਹੁਤ ਸ਼ਿਕਾਰ ਰਿਹਾ ਜੀ। ਇਹ ਕਰਦੇ ਨੇ, ਟਰੋਲ ਕਰਦੇ ਨੇ, ਬਹੁਤ ਬੁਰੇ ਤਰੀਕੇ ਨਾਲ ਕਰਦੇ ਨੇ। ਕਰਦੇ ਕੀ ਨੇ, ਤੁਹਾਡੀ ਮਾਨਸਿਕ ਜਿਹੜੀ ਸਥਿਤੀ ਹੈ ਨਾ ਉਹਨੂੰ ਖਰਾਬ ਕਰਨ ਦਾ ਯਤਨ ਕਰਦੇ ਆ, ਤੁਹਾਡੇ ਉੱਤੇ ਪਰਸਨਲ ਅਟੈਕ ਕਰਦੇ ਆ। ਅੱਜ ਦੇ ਦਿਨ ਮੇਰੇ ਉੱਤੇ ਮਾਮਲਾ ਦਰਜ ਹੋਇਆ ਸੀ, ਪਟਿਆਲੇ ਦੀ ਪੁਲਿਸ ਨੇ ਅੱਜ ਦੇ ਦਿਨ ਮੈਨੂੰ ਅਰੈਸਟ ਕੀਤਾ ਸੀ। ਉਸ ਮਾਮਲੇ 27 ਤਰੀਕ ਨੂੰ ਜੀ, ਉਸ ਮਾਮਲੇ ਦੇ ਵਿੱਚ ਅਦਾਲਤ ਨੇ ਮੈਨੂੰ ਬਾਇਜ਼ਤ ਬਰੀ ਕੀਤਾ। ਉਹ ਫੋਟੋਆਂ ਜਿਹੜੀਆਂ ਲਾ ਕੇ ਕਿ ਪੁਲਿਸ ਨੇ ਗ੍ਰਿਫਤਾਰ ਕੀਤਾ, ਉਹ ਦੱਸਣ ਦੀ ਕੋਸ਼ਿਸ਼ ਵੀ ਅੱਜ ਗ੍ਰਿਫਤਾਰ ਕੀਤਾ ਪੁਲਿਸ ਨੇ, ਇਹ ਦੱਸਣ ਦੀ ਇਹ ਕੋਸ਼ਿਸ਼ ਕਰਦੇ ਸੀ। ਇੱਥੇ ਚਿੱਟੇ ਦੇ ਵਿਰੋਧ ਦੇ ਵਿੱਚ ਕਾਲਾ ਹਫ਼ਤਾ ਅਸੀਂ ਕੁਝ ਦੋਸਤਾਂ ਨੇ ਰਲ ਕੇ ਜਿਹੜਾ ਉਦੋਂ ਮਨਾਇਆ, ਵੀ ਸਰਕਾਰ ਕਰਦੀ ਨਹੀਂ ਪਈ। 18 ਦੀ ਗੱਲ ਹੈ ਜੀ। ਉਦੋਂ ਮੁੱਖ ਮੰਤਰੀ ਹੋਰਾਂ ਨੇ ਇਹ ਸੱਦਿਆ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁੰਦੇ ਸੀਗੇ, ਕਿ ਅਸੀਂ ਕਿਵੇਂ ਇਹਨੂੰ ਕੰਟਰੋਲ ਕਰੀਏ।
ਦੱਸਣ ਦੇ ਵਾਸਤੇ ਲਿਖਤੀ ਰੂਪ ਦੇ ਵਿੱਚ 4 ਅਸੀਂ ਦੋਸਤ ਜਿਹੜੇ ਸੀ ਉਹ ਗਏ ਮੁੱਖ ਮੰਤਰੀ ਨੂੰ ਮਿਲਣ। ਉਹ ਫੋਟੋਆਂ ਜਿਹੜੀਆਂ ਦੀ ਉਹ ਟਰੋਲ ਕਰ ਕਰਕੇ ਕਿ ਇਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਬੰਦੇ ਨੇ। ਹੁਣ ਜਿਹੜੀ ਚੀਜ਼ ਸੂਬੇ 'ਚ ਮਾੜੀ ਹੋ ਰਹੀ ਆ ਤੁਸੀਂ ਉਹ ਦੱਸਣ ਕਿਹਨੂੰ ਜਾਣਾ? ਮੁੱਖ ਮੰਤਰੀ ਨੂੰ ਜਾਣਾ ਨਾ। ਉਹ ਟਰੋਲ ਕਰ ਕਰਕੇ ਜਿਹੜੀਆਂ ਫੋਟੋਆਂ ਨੇ ਉਹ ਲਾ ਕੇ ਦਿਖਾ ਕੇ ਤੁਹਾਡੀ ਮਾਨਸਿਕ ਸਥਿਤੀ ਜਿਹੜੀ ਉਹ ਖਰਾਬ ਕਰਦੇ ਆ। ਹਾਂ, ਜੇ ਤੁਸੀਂ ਉਹਨਾਂ ਦੇ ਵਿੱਚ ਉਲਝ ਗਏ, ਉਹਨਾਂ ਨੂੰ ਜਵਾਬ ਦੇਣ ਲੱਗ ਗਏ ਤਾਂ ਉਹ ਆਪਣੇ ਮਕਸਦ 'ਚ ਪੂਰੇ ਹੋ ਗਏ। ਉਹਦਾ ਤਰੀਕਾ ਇਹੀ ਆ। ਮੈਂ ਹਰੇਕ ਨੂੰ ਇਹ ਕਹਿਣਾ ਹੁੰਦਾ ਕਿ ਇੱਕ ਤਾਂ ਜੇ ਕਿਉਂਕਿ ਬਹੁਤ ਸਾਰੇ ਲੋਕ ਆਪਣੇ ਫੈਮਿਲੀ ਦੇ ਬਰਥਡੇ, ਬੱਚਿਆਂ ਦੇ ਬਰਥਡੇ, ਵਾਈਫ ਦੇ ਐਨਵਰਸਰੀ ਉਹਨਾਂ ਦੇ ਨਾਲ ਫੋਟੋਆਂ ਸ਼ੇਅਰ ਕਰਦੇ ਆ। ਇਹ ਲੋਕ ਗੰਦ ਪਾਉਂਦੇ ਆ ਉਹਨਾਂ ਫੋਟੋਆਂ ਦੇ ਉੱਤੇ। ਜੇ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਤਾਂ ਜਿਹੜੀ ਲੌਕ ਪ੍ਰੋਫਾਈਲ ਹੈ ਉਹਨੂੰ ਨਾਲ ਦੀ ਨਾਲ ਬਲੌਕ ਕਰ ਦਿਓ। ਐਕਸੈਪਟ ਕਰਨਾ ਤਾਂ ਬਾਅਦ ਵਾਲੀ ਗੱਲ, ਉਹਨੂੰ ਬਲੌਕ ਕਰ ਦਿਓ ਉਸੇ ਵੇਲੇ, ਉਹਨੂੰ ਸੈਕੰਡ ਚਾਂਸ ਨਾ ਦਿਓ, ਨਹੀਂ ਤਾਂ ਉਹ ਗੰਦ ਪਾਊਗਾ। ਇਹ ਬਹੁਤ ਵੱਡੀ ਗਿਣਤੀ ਦੇ ਵਿੱਚ। ਅੱਛਾ, ਉਹਦੇ ਉੱਤੇ ਵੜੈਚ ਸਾਹਿਬ ਇਹਨਾਂ ਨੇ ਜਿਹੜੀਆਂ ਫੋਟੋਆਂ ਲਾਈਆਂ ਹੋਈਆਂ ਨੇ ਉਹਦੇ ਤੇ ਬਾਬਾ ਦੀਪ ਸਿੰਘ ਜੀ ਦੀ ਫੋਟੋ ਆ, 10ਵੇਂ ਪਾਤਸ਼ਾਹ ਦੀ ਫੋਟੋ ਆ, ਗੁਰੂ ਨਾਨਕ ਸਾਹਿਬ ਦੀ ਫੋਟੋ ਆ, 4 ਸਾਹਿਬਜ਼ਾਦਿਆਂ ਦੀ ਫੋਟੋ ਆ, ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਫੋਟੋ ਆ। ਇਦਾਂ ਦੀਆਂ ਫੋਟੋਆਂ ਲਾ ਕੇ ਆਈਡੀ ਕ੍ਰੀਏਟ ਕੀਤੀਆਂ ਹੋਈਆਂ ਨੇ ਔਰ ਉਹ ਦੱਸਣ ਦੀ ਕੋਸ਼ਿਸ਼ ਇਹ ਕਰਦੇ ਆ ਕਿ ਧਰਮ ਦੇ ਠੇਕੇਦਾਰ ਅਸੀਂ ਆ। ਉਹ ਅਟੈਕ ਕਰਦੇ ਆ। ਹੁਣ ਜਦੋਂ ਜਿਹੜੀ ਸੰਸਥਾ ਦੀ ਤੁਸੀਂ ਗੱਲ ਕਰ ਰਹੇ ਹੋ ਇੰਗਲੈਂਡ ਵਾਲੀ, ਜੇ ਉਹਨੇ 80 ਅਕਾਊਂਟ ਉੱਥੇ ਬੈਠਿਆਂ ਆਇਡੈਂਟੀਫਾਈ ਕਰਕੇ ਦੱਸ ਦਿੱਤੇ ਆ ਵੀ ਇਹਨਾਂ ਦੇ ਬਲੌਕ ਹੋਏ ਆ, ਤੇ ਉਹ ਸਰਕਾਰ ਕਿਉਂ ਨਹੀਂ ਕੱਢ ਰਹੀ? ਇਸ ਕਰਕੇ ਨਹੀਂ ਕੱਢ ਰਹੀ ਕਿ ਉਹ ਸਰਕਾਰ ਦੇ ਦਿਹਾੜੀ ਦੇ ਉੱਤੇ ਰੱਖੇ ਹੋਏ ਮਜ਼ਦੂਰ ਨੇ। ਇਹ ਬਿਲਕੁਲ ਸਰਕਾਰ ਲਈ ਅਸੀਂ ਕਹਿ ਸਕਦੇ ਹਾਂ ਕਿ ਮੂੰਹ ਤੇ ਚਪੇੜ ਹੋਏਗੀ ਜੇਕਰ ਸਰਕਾਰ ਉਹਨਾਂ 80 ਅਕਾਊਂਟਸ ਨੂੰ ਪਬਲਿਕ ਨਹੀਂ ਕਰਦੀ, ਕਿਉਂਕਿ ਅੱਜ ਦੀ ਟੈਕਨੋਲੋਜੀ ਦੇ ਵਿੱਚ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਸਾਨੂੰ ਪਤਾ ਨਹੀਂ ਲੱਗਦਾ, ਕਿਉਂਕਿ ਪੈਗਾਸਸ ਲਈ ਬੈਠੀ ਹੈ ਜੀ। ਔਰ ਕਿਉਂਕਿ ਸਰਕਾਰ ਨੇ, ਭਾਰਤ ਸਰਕਾਰ ਨੇ ਖੁਦ ਸੋਸ਼ਲ ਮੀਡੀਆ ਵਾਸਤੇ ਜਿਹੜੇ ਆ ਕਾਨੂੰਨ ਬਣਾਏ ਹੋਏ ਆ ਔਰ ਲਾਗੂ ਕੀਤੇ ਆ ਉਹਨਾਂ ਨੇ। ਔਰ ਨਵਾਂ ਆ ਰਿਹਾ ਜੀ ਬਿੱਲ ਆ ਰਿਹਾ ਇਹਦੇ ਵਿੱਚ ਆਈਟੀ ਦਾ। ਔਰ ਤੁਸੀਂ ਆਪ ਇਹ ਗੱਲ ਕਹੀ ਆ ਕਿ ਤੁਸੀਂ ਇਹਨਾਂ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਇਹ ਕੰਮ ਨਹੀਂ ਕਰ ਸਕਦੇ, ਕਿਸੇ ਦਾ ਇਮੇਜ ਖਰਾਬ ਨਹੀਂ ਕਰ ਸਕਦੇ, ਤੁਸੀਂ ਦੇਸ਼ ਦੇ ਖਿਲਾਫ ਨਹੀਂ ਬੋਲ ਸਕਦੇ, ਤੁਸੀਂ ਸੁਰੱਖਿਆ ਦੇ ਖਿਲਾਫ ਨਹੀਂ ਬੋਲ ਸਕਦੇ। ਤੇ ਇਹ ਜਿਹੜੇ 80 ਹੈਂਡਲਰਸ ਨੇ, ਇਹਨਾਂ ਨੂੰ ਐਕਸਪੋਜ਼ ਕਰਨਾ ਆਈਟੀ ਵਿੰਗ ਦਾ ਕੰਮ ਹੈ। ਜਿਹੜੀ ਸਰਕਾਰ ਦਾ ਆਈਟੀ ਵਿੰਗ ਬਹੁਤ ਤਕੜਾ ਸਾਈਬਰ ਕ੍ਰਾਈਮ ਨੂੰ ਜਿਹੜਾ ਡੀਲ ਕਰਦਾ ਹੈ। ਅੱਜ ਲੋੜ ਹੈ ਇਸ ਗੱਲ ਦੀ ਕਿ ਉਹ ਲੋਕਾਂ ਦੇ ਸਾਹਮਣੇ ਲਿਆਵੇ, ਨਹੀਂ ਤੇ ਸਰਕਾਰ ਝੂਠੀ ਪੈਂਦੀ ਆ ਇਸ ਸਾਰੇ ਦੇ ਵਿੱਚ ਕਿ ਜਿੰਨਾ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਉਹਦੇ ਪਿੱਛੇ ਸਰਕਾਰ ਦਾ ਰੋਲ ਸੀ ਜਾਂ ਦੂਸਰੇ ਲੋਕਾਂ ਦਾ ਰੋਲ ਸੀ। ਦੂਸਰੀ ਗੱਲ ਪੱਕੀ ਹੈ ਕਿ ਬਦਨਾਮ ਕਰਨ ਵਾਸਤੇ ਬਾਕੀ ਲੋਕਾਂ ਦਾ ਰੋਲ ਕੀ ਹੋ ਸਕਦਾ, ਉਹਨਾਂ ਦਾ ਇੰਟਰਸਟ ਕੀ ਹੋ ਸਕਦਾ? ਇਹ ਤੇ ਉਹੀ ਲੋਕ ਨੇ ਜਿਹੜੇ ਇਹਨਾਂ ਬਿੱਲਾਂ ਦੇ ਹੱਕ ਵਿੱਚ ਖੜੇ ਸੀ ਔਰ ਕਿਸਾਨਾਂ ਨੂੰ ਬਦਨਾਮ ਕਰਨਾ ਚਾਹੁੰਦੇ ਸੀਗੇ। ਇਹ ਤੇ ਪੰਨੂ ਸਾਹਿਬ ਚੱਲਦੇ ਅਸੀਂ ਵੈਸੇ ਦੂਸਰੇ ਹਿੱਸੇ ਵਿੱਚ ਹੋਰ ਗੱਲਾਂ ਕਰਾਂਗੇ। ਅਸੀਂ ਭਾਵੇਂ ਕੇਂਦਰ ਸਰਕਾਰ ਨੂੰ ਦੋਸ਼ੀ ਠਹਿਰਾ ਰਹੇ ਹਾਂ, ਦੋਸ਼ੀ ਵੀ ਆ ਔਰ ਹੁਣ ਤੇ ਉਹ ਮੰਨ ਗਏ ਆ ਕਿ ਜਿਵੇਂ ਉਹਨਾਂ ਨੇ ਕਾਨੂੰਨ ਵਾਪਸ ਲੈ ਲਏ, ਬਾਕੀ ਵੀ ਜਿਹੜੀਆਂ ਪਾਲਿਸੀਜ਼ ਨੇ ਉਹਨਾਂ ਦੇ ਵਿੱਚ ਵੀ ਬਹੁਤ ਸਾਰੀਆਂ ਖਾਮੀਆਂ ਨੇ। ਪਰ ਪੰਜਾਬ ਸਰਕਾਰ ਦਾ ਪੰਜਾਬ ਦੇ ਕਿਸਾਨਾਂ ਵਾਸਤੇ ਪਿਛਲੀਆਂ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ ਉਹਦਾ ਕੀ ਰੋਲ ਰਿਹਾ, ਇਹ ਵੀ ਬਹੁਤ ਵੱਡਾ ਵਾਚਣ ਵਾਲਾ ਹੈ। ਕਿਉਂਕਿ ਅੱਜ ਦੀ ਤਾਰੀਖ ਦੇ ਵਿੱਚ ਪੰਜਾਬ ਦਾ ਜਿਹੜਾ ਐਗਰੀਕਲਚਰ ਮਹਿਕਮਾ ਉਹਦੇ ਵਿੱਚ 50% ਤੋਂ ਜ਼ਿਆਦਾ ਪੋਸਟਾਂ ਹੀ ਖਾਲੀ ਪਈਆਂ ਹੋਈਆਂ ਨੇ ਔਰ ਉਹ ਪੋਸਟਾਂ ਜਿਹੜੀਆਂ ਲੋਕਾਂ ਦੇ ਪਿੰਡਾਂ ਤੱਕ, ਜਿਨ੍ਹਾਂ ਲੋਕਾਂ ਨੇ ਜਾ ਕੇ ਐਗਰੀਕਲਚਰ ਡਿਪਾਰਟਮੈਂਟ ਦੀ ਜਿਹੜੀ ਸੂਚਨਾ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਰਿਸਰਚ ਸੂਚਨਾ ਜਿਹੜੀ ਉੱਥੇ ਲੈ ਕੇ ਜਾਣੀ ਆ, ਉਹ ਉੱਥੇ ਤੱਕ ਪਹੁੰਚਾਉਣ ਵਾਲੇ ਬੰਦੇ ਨਹੀਂ ਰਹਿ ਗਏ। ਪੰਨੂ ਸਾਹਿਬ, ਇੱਕ ਮਿਸਾਲ ਆਈ ਕਿ ਬਠਿੰਡੇ ਦੇ ਵਿੱਚ ਜਿਹੜੀ ਸੁੰਡੀ ਆਈ ਹੈ ਉਹਨੇ ਬਹੁਤ ਵੱਡਾ ਨੁਕਸਾਨ ਕੀਤਾ, ਗੁਲਾਬੀ ਸੁੰਡੀ ਨੇ ਨਰਮੇ ਦੀ। ਲੇਕਿਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਉੱਥੇ 5 ਕਿੱਲਿਆਂ ਦਾ ਇੱਕ ਟੱਕ ਹੈ ਇਸੇ ਹੀ ਕਪਾਹ ਦਾ, ਉਹਦੇ ਉੱਤੇ ਕਹਿੰਦੇ ਬਿਲਕੁਲ ਜਿਹੜਾ ਨਾ ਉਹ ਅਟੈਕ ਨਹੀਂ ਹੋਇਆ। ਬੜੀ ਅਜੀਬ ਗੱਲ ਹੈ, ਸੁਣਨ ਨੂੰ ਬੜੀ ਅਜੀਬ ਗੱਲ ਲੱਗਦੀ ਕਿ ਬਠਿੰਡੇ ਦੇ ਵਿੱਚ ਜਿੱਥੇ ਸਾਰਾ ਨਰਮਾ ਬਰਬਾਦ ਹੋ ਗਿਆ ਉੱਥੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਆਪਣੇ 5 ਕਿੱਲਿਆਂ ਦਾ ਕਿਵੇਂ ਬਚ ਗਿਆ? ਉਹਦੇ ਪਿੱਛੇ ਇੱਕ ਕਾਰਨ ਇਹ ਆ ਕਿ ਯੂਨੀਵਰਸਿਟੀ ਨੇ ਇੱਕ ਪੇਸਟ ਤਿਆਰ ਕੀਤੀ ਸੀ ਉਹਦੇ ਫੁੱਲਾਂ ਉੱਤੇ ਪਾਉਣ ਲਈ, ਤਾਂ ਕਿ ਉਹਦੇ ਅੰਦਰ ਜਿਹੜਾ ਉਹ ਸੁੰਡੀ ਨਾ ਵੜ ਸਕੇ ਜਦੋਂ ਫੁੱਲ ਖੁੱਲ੍ਹਦਾ ਹੈ ਤੇ ਉਸ ਤੋਂ ਬਾਅਦ ਉਹ ਬੰਦ ਹੁੰਦਾ। ਲੇਕਿਨ ਉਹ ਪੇਸਟ ਨੂੰ ਜਾਂ ਉਹ ਜਾਣਕਾਰੀ ਨੂੰ ਦੂਸਰੇ ਕਿਸਾਨਾਂ ਤੱਕ ਪਹੁੰਚਾਉਣ ਵਾਲੇ ਬੰਦੇ ਨਹੀਂ ਹੈਗੇ। ਐਗਰੀਕਲਚਰ ਡਿਪਾਰਟਮੈਂਟ ਦੇ ਜਿਹੜੇ ਮੁਲਾਜ਼ਮ ਹੈ, ਕਿਉਂਕਿ ਜੇਕਰ ਉਹਨਾਂ ਕੋਲੇ ਹੈ ਪਾਵਰ ਹੋਏਗੀ, ਹਿਊਮਨ ਪਾਵਰ ਹੋਏਗੀ ਤਾਂ ਕੰਮ ਕਰਨਗੇ। ਸੋ ਇਸ ਕਰਕੇ ਹੁਣ ਤੱਕ ਜਿੰਨੀਆਂ ਸਰਕਾਰਾਂ ਆਈਆਂ ਨੇ ਉਹਨਾਂ ਦੀ ਜ਼ਿੰਮੇਵਾਰੀ ਹੈ, ਉਹ ਦੋਸ਼ੀ ਨੇ ਕਿ ਉਹਨਾਂ ਨੇ ਇਸ ਮਹਿਕਮੇ ਨੂੰ ਕਿਉਂ ਸਟਰੈਂਥ ਨਹੀਂ ਕੀਤਾ, ਕਿਉਂ ਇਹਦੀਆਂ ਪੋਸਟਾਂ ਖਤਮ ਹੋ ਗਈਆਂ। 7 ਜੁਆਇੰਟ ਡਾਇਰੈਕਟਰ ਦੀਆਂ ਪੋਸਟਾਂ ਉੱਪਰਲੇ ਪੱਧਰ ਤੇ ਆ, ਉਹਨਾਂ ਵਿੱਚੋਂ 6 ਖਾਲੀ ਪਈਆਂ ਨੇ। 900 ਦੇ ਕਰੀਬ ਏਡੀਓਜ਼ ਦੀਆਂ ਪੋਸਟਾਂ ਨੇ, ਉਹਦੇ ਵਿੱਚੋਂ 50% ਤੋਂ ਜ਼ਿਆਦਾ ਖਾਲੀ ਪਈਆਂ ਨੇ।
ਸੋ ਲੋਕਾਂ ਤੱਕ ਗੱਲ ਕਿਵੇਂ ਪਹੁੰਚੇਗੀ, ਇਹ ਬਹੁਤ ਜ਼ਰੂਰੀ ਹੈ। ਕਿਉਂਕਿ ਮੈਂ ਇੱਥੇ ਇਸ ਗੱਲ ਨਾਲ ਹੀ ਆਪਾਂ ਖਤਮ ਕਰਦੇ ਹਾਂ ਪਹਿਲਾ ਹਿੱਸਾ, ਕਿ ਕੈਪਟਨ ਅਮਰਿੰਦਰ ਸਿੰਘ ਦੀਆਂ ਦੋਨੋਂ ਸਰਕਾਰਾਂ ਦੇ ਸਮੇਂ ਉਹ ਖੇਤੀਬਾੜੀ ਮੰਤਰੀ ਖੁਦ ਰਹੇ ਆ, ਕੋਈ ਖੇਤੀਬਾੜੀ ਮੰਤਰੀ ਨਹੀਂ ਸੀ ਹੁੰਦਾ। ਕਿ ਕਾਂਗਰਸ ਕੋਲੇ ਖੇਤੀਬਾੜੀ ਮੰਤਰੀ ਵਾਸਤੇ ਕੋਈ MLA ਨਹੀਂ ਹੈਗਾ। ਇਹ ਇੱਕ ਪੁਆਇੰਟ ਹੈ, ਹੋਰ ਵੀ ਬੜੇ ਪੁਆਇੰਟ ਨੇ, ਉਹਨਾਂ ਤੇ ਵੀ ਗੱਲ ਕੀਤੀ ਜਾ ਸਕਦੀ ਆ। ਪੰਨੂ ਸਾਹਿਬ, ਬੜਾ ਕੁਝ ਪਿਛਲੇ ਹਫਤੇ ਦੇ ਵਿੱਚ ਵਾਪਰ ਗਿਆ ਸਾਡੇ ਪਟਿਆਲਾ ਸ਼ਹਿਰ ਦੇ ਵਿੱਚ। ਹੀ ਕਮਾਲ ਹੋ ਗਈ ਕਿ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੂੰ ਪੁਲਿਸ ਵਾਲਿਆਂ ਨੇ ਕਾਰਪੋਰੇਸ਼ਨ ਦੇ ਦਫ਼ਤਰ 'ਚ ਨਹੀਂ ਵੜਨ ਦਿੱਤਾ ਗੱਡੀ ਲੈ ਕੇ। ਉਹਨਾਂ ਦੀ ਆਪਣੀ ਬੇਟੀ ਬਾਹਰ ਬੈਠੀ ਰਹੀ, ਪੁਲਿਸ ਚੌਂਕੀ ਵਿੱਚ ਰਿਪੋਰਟ ਲਿਖਾਉਣ ਗਈ। ਕਮਾਲ ਦੀ ਗੱਲ ਹੈ ਕਿ ਉਹ ਪਰਿਵਾਰ, ਜਿਹੜੇ ਪਰਿਵਾਰ ਘਰਾਂ 'ਚੋਂ ਬਾਹਰ ਨਹੀਂ ਨਿਕਲਦੇ, ਲੋਕਾਂ 'ਚ ਨਹੀਂ ਆਉਂਦੇ, ਤੇ ਉਹ ਇੱਕ ਐਡਾ ਵੱਡਾ ਨਗਰ ਨਿਗਮ ਦੇ ਮੇਅਰ ਨੂੰ ਬਦਲਣ ਦੇ ਲਈ, ਜਾਂ ਉਹਨੂੰ ਕਹਿ ਲਓ ਕਿ ਕੈਪਟਨ ਸਾਹਿਬ ਵੱਲੋਂ ਆਪਣੇ ਮੇਅਰ ਨੂੰ ਰੱਖਣ ਵਾਸਤੇ ਇੰਨਾ ਕੁਝ ਹੋਇਆ ਕਿ ਇੱਕ ਸਾਬਕਾ ਮੁੱਖ ਮੰਤਰੀ ਵੱਲੋਂ ਇੱਕ ਮੇਅਰ ਦੀ ਕੁਰਸੀ ਨੂੰ ਬਚਾਉਣ ਵਾਸਤੇ ਆ ਕੇ ਇੰਨਾ ਕੁਝ ਕਰਨਾ ਕਈ ਸਵਾਲ ਖੜੇ ਕਰਦਾ ਹੈ। ਇਹਦੇ ਨਾਲ ਲੱਗਦਾ ਇਹ ਹੈ, ਇਹ ਮਹਿਸੂਸ ਹੋਇਆ, ਇਹ ਲੋਕੀ ਮਹਿਸੂਸ ਕਰਦੇ ਆ ਕਿ ਕੈਪਟਨ ਸਾਹਿਬ ਨੇ ਆਪਣਾ ਜਿਹੜਾ ਇਮੇਜ ਸੀ ਨਾ, ਜਿਹੜਾ ਥੋੜ੍ਹਾ ਬਹੁਤਾ ਰਹਿ ਗਿਆ ਸੀ, ਉਹ ਵੀ ਉਦੋਂ ਉਹਨਾਂ ਨੇ ਡਾਊਨ ਕਰ ਲਿਆ। ਕਿ ਉੱਥੇ ਜੋ ਕੁਝ ਹੋਇਆ ਉਹਨਾਂ ਦੇ ਸਾਹਮਣੇ, ਕੌਂਸਲਰ ਦੀ ਖਿੱਚ ਤੂ ਹੋਈ ਹੈ, ਉਹਨਾਂ ਨੇ ਬਿਆਨਬਾਜ਼ੀ ਕੀਤੀ ਆ, ਹੁਣ ਕਹਿੰਦੇ ਅਸੀਂ ਕੋਰਟ ਜਾਵਾਂਗੇ। ਇੱਕ ਮੁੱਖ ਮੰਤਰੀ ਵੱਲੋਂ ਇਸ ਕਿਸਮ ਦਾ ਜਿਹੜਾ ਰਵੱਈਆ ਉਹ ਜੱਚਦਾ ਨਹੀਂ ਹੈਗਾ। ਔਰ ਪਟਿਆਲੇ ਦੇ ਵਿੱਚ ਉਹਨਾਂ ਦੀ ਧਾਕ ਸੀ, ਆਪਣਾ ਇਲਾਕਾ ਉਹਨਾਂ ਦਾ, ਜਿੱਥੇ ਉਹਨਾਂ ਨੇ ਕਿਹਾ ਮੈਂ ਤੇ ਪਟਿਆਲੇ 'ਚੋਂ ਲੜੂੰਗਾ, ਉੱਥੋਂ ਦੇ ਮੇਅਰ ਨੂੰ ਆਪਣੇ ਨੂੰ ਬਚਾ ਨਹੀਂ ਸਕੇ। ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ ਵੜੈਚ ਸਾਹਿਬ। ਜਦੋਂ ਕਿਸੇ ਸੂਬੇ ਦਾ ਗ੍ਰਹਿ ਮੰਤਰੀ ਕਿਸੇ ਨਾਕੇ ਦੇ ਉੱਤੇ ਖੜੋ ਕੇ ਕਿਸੇ ਹੌਲਦਾਰ ਨੂੰ ਸਸਪੈਂਡ ਕਰੇ ਤੇ ਫਿਰ ਉਹਦੇ ਬਰਾਬਰ ਦੀ ਤਾਂ ਨਹੀਂ ਨਾ ਗੱਲ ਹੈਗੀ। ਉਹਨੇ ਤਾਂ DGP ਨੂੰ ਕਹਿਣਾ ਹੁੰਦਾ ਨਾ, ਕਹਿਣਾ ਹੁੰਦਾ। ਚਾਹੇ ਮੁੱਖ ਮੰਤਰੀ ਸਾਬਕਾ ਆ, ਇੱਕ ਬਹੁਤ ਉੱਚ ਅਹੁਦੇ ਦੇ ਉੱਤੇ ਉਹ ਰਿਹਾ ਚੁੱਕੇ, 2 ਵਾਰੀ ਰਹਿ ਚੁੱਕੇ ਆ। ਹਾਂ, ਐਕਚੁਅਲੀ ਕੀ ਆ ਕਿ ਸਿਆਣੇ ਕਹਿੰਦੇ ਵੇਲੇ ਦਾ ਕੰਮ ਕਵੇਲੇ ਦੀਆਂ ਟੱਕਰਾਂ। ਉਦਣ ਇਹਨਾਂ ਦੀ ਕਾਰ ਰੋਕ ਲਈ ਗਈ ਗੁਰਦੁਆਰੇ ਦੇ ਕੋਲੇ, ਕਾਰ ਵੀ ਅੰਦਰ ਨਹੀਂ ਜਾਣ ਦਿੱਤੀ ਗਈ, ਕੋਈ 300 ਮੀਟਰ ਦੇ ਕਰੀਬ ਤੁਰ ਕੇ ਜਾਣਾ ਪਿਆ ਇਹਨਾਂ ਨੂੰ। ਬ੍ਰਹਮਿੰਦਰਾ ਹੋਰੀ ਆਏ, ਉਹਨਾਂ ਨੇ ਐਲੀਵੇਟਰ ਯੂਜ਼ ਕੀਤਾ, ਉੱਤੇ ਜਾ ਕੇ ਐਲੀਵੇਟਰ ਬੰਦ ਕਰਤਾ। ਇਹ ਵੀ ਐਲੀਵੇਟਰ ਥਾਣੀ ਇਹ ਹੁਣ ਨਾ 22 ਪੌੜੀਆਂ ਨੇ, ਜਿਹੋ ਜੀ ਸਿਹਤ ਆ ਕੈਪਟਨ ਸਾਹਿਬ ਦੀ ਪਤਾ ਹੀ ਆ ਕਿਵੇਂ ਉਹ ਚੜੇ ਹੋਣਗੇ, ਚੜੇ 22 ਪੌੜੀਆਂ ਚੜੇ। ਇਹਦਾ ਕੁਝ ਵੀ ਨਿਕਲੇ, ਕੀ ਨਿਕਲਦਾ ਇਹਦਾ ਮੇਅਰ ਵਾਲਾ, ਉਹ ਆਪਣੀ ਜਗ੍ਹਾ, ਪਰ ਜਲੂਸ ਨਿਕਲ ਗਿਆ, ਠੀਕ ਹੈ ਨਾ ਜੀ। ਉਹ ਨਿਕਲ ਗਿਆ, ਆਪ ਹੀ ਫੇਸਬੁੱਕ ਦੇ ਉੱਤੇ ਲਾਈਵ ਕਰਕੇ ਜਿਹੜਾ ਉਹ ਕੱਢ ਲਿਆ। ਕੈਪਟਨ ਸਾਹਿਬ ਖੜੇ ਨੇ, ਇੱਕ SP ਜਿਹੜਾ ਉਹਦੇ ਹੁਕਮ ਦੇ ਉੱਤੇ ਆ ਕੇ ਚੁੱਕ ਕੇ MC ਜਿਹੜੇ ਕਿਡਨੈਪ ਕਰਕੇ ਲੈ ਗਿਆ। ਔਰ ਉਹ ਇਹ ਕਹਿੰਦਾ ਵੀਡੀਓ ਦੇ ਵਿੱਚ SP ਜਿਹੜਾ, ਕੋਈ ਨਹੀਂ ਵਾਪਸ ਕਰ ਦਿੰਨੇ ਆ, ਮਤਲਬ ਉਹ ਮੰਨ ਲਿਆ, ਉਹ ਕਹਿੰਦਾ ਵਾਪਸ ਕਰ ਦਿੰਨੇ ਆ, ਇਹਦਾ ਮਤਲਬ ਚੁੱਕ ਕੇ ਲੈ ਕੇ ਗਿਆ ਉਹ। ਜੇ ਉਦੋਂ ਇਹ ਵੀਡੀਓ ਨਾ ਚੱਲਦੀ ਹੁੰਦੀ ਤੇ ਸ਼ਾਇਦ ਹੋ ਸਕਦਾ ਸੀ ਜਿਹੜਾ ਮੇਅਰ ਆ ਉਹਨੂੰ ਵੀ ਚੁੱਕ ਕੇ ਲੈ ਜਾਂਦੇ। ਬਿਲਕੁਲ ਕੁਝ ਵੀ ਹੋ ਸਕਦਾ ਸੀ। ਇਹ ਪ੍ਰੈਕਟਿਸ ਪੰਜਾਬ ਦੇ ਵਿੱਚ ਸ਼ੁਰੂ ਕਿਹਨੇ ਕੀਤੀ? ਜਦੋਂ 2002 ਤੋਂ 7 ਤੱਕ ਕੈਪਟਨ ਸਾਹਿਬ ਦੀ ਸਰਕਾਰ ਸੀ, ਇਹ ਉਦੋਂ ਸਟਾਰਟ ਹੋਈਆਂ ਨਿਗਮ ਦੀਆਂ ਪ੍ਰੈਕਟਿਸ ਜੀ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਹਦੇ ਤੇ ਫੁੱਲ ਚੜਾਉਂਦਿਆਂ ਹੋਇਆ ਇਹਨੂੰ ਹੋਰ ਤਗੜੇ ਹੋ ਕੇ ਫਿਰ ਪ੍ਰੈਕਟਿਸ ਸ਼ੁਰੂ ਕੀਤੀ। ਉਹਨਾਂ ਨੇ ਨਵਾਂ ਕੰਮ ਇਹ ਕਰਤਾ, ਉਦੋਂ ਕਿਸੇ ਨੂੰ ਪੇਪਰ ਹੀ ਨਾ ਦਾਖਲ ਕਰਨ ਦਿਓ, ਬੰਦਿਆਂ ਨੂੰ ਬਾਹਰ ਪੇਪਰ ਦਾਖਲ ਕਰ ਲਏ ਉਹਦੇ ਰੱਦ ਕਰਵਾ ਦਿਓ ਜੀ। ਜੇ ਰੱਦ ਨਹੀਂ ਹੋਏ ਤੇ ਚੋਣ ਬੂਥਾਂ ਦੇ ਉੱਤੇ ਉਹਨਾਂ ਨੂੰ ਵੜਨ ਨਾ ਦਿਓ। ਇਹ ਸਾਰਾ ਕੁਝ ਕਰਕੇ ਐਸਾ ਗੰਦ ਪਿੱਲ ਇਕੱਠਾ ਕਰ ਦਿੱਤਾ ਗਿਆ ਲੋਕਤੰਤਰ ਦੇ ਨਾਂ ਦੇ ਉੱਤੇ, ਜਿਹਦਾ ਜਲੂਸ ਨਿਕਲਦਾ ਪੂਰੀ ਦੁਨੀਆ ਨੇ ਵੇਖ ਲਿਆ। ਉਹਦੇ ਸਾਬਕਾ ਮੁੱਖ ਮੰਤਰੀ ਦੀ ਅਗਵਾਈ ਦੇ ਵਿੱਚ ਮੇਰਾ ਖਿਆਲ ਸਾਬਕਾ ਮੁੱਖ ਮੰਤਰੀ ਹੋਰਾਂ ਨੂੰ ਇਹ ਐਕਸੈਪਟ ਕਰਨਾ ਚਾਹੀਦਾ ਕਿ ਇਹ ਚੀਜ਼ਾਂ ਉਹਨਾਂ ਨੇ ਹੱਥਾਂ ਨਾਲ ਦਿੱਤੀਆਂ ਸੀ, ਜਿਹੜੀਆਂ ਮੂੰਹ ਨਾਲ ਨਹੀਂ ਖੁੱਲਣੀਆਂ ਪੈ ਰਹੀਆਂ, ਠੀਕ ਹੈ ਨਾ ਜੀ। ਨਿਗਮ ਜਦੋਂ ਪਟਿਆਲੇ ਦੇ ਨਿਗਮ ਦੀ ਚੋਣ ਹੋਈ ਆ ਵੜੈਚ ਸਾਹਿਬ, ਤੁਹਾਨੂੰ ਯਾਦ ਹੋਣਾ, ਇੱਕ ਵੀ ਮੈਂਬਰ ਵਿਰੋਧੀ ਧਿਰ ਦਾ ਨਹੀਂ ਜਿੱਤਿਆ। ਇਹ ਕਿਵੇਂ ਪੋਸੀਬਲ ਹੋ ਸਕਦਾ? ਇੱਕ ਥਾਂ ਰੱਦ ਹੋ ਗਈ ਜੀ, ਰੱਦ ਹੋਣ ਕਰਕੇ ਵਿਰੋਧੀ ਧਿਰ ਦਾ ਜਿੱਤ ਗਿਆ ਉੱਥੋਂ। ਫਿਰ ਇਹਦਾ ਮਤਲਬ ਜਿੱਤ ਸਕਦੇ ਸੀ, ਨਹੀਂ ਜਿੱਤਣ ਦਿੱਤਾ ਗਿਆ। ਹੁਣ ਕੀ ਹੋ ਗਿਆ? ਹੁਣ ਕਾਂਗਰਸ ਨੇ ਹੀ ਕੀਤਾ, ਕਿਸੇ ਦੂਜੀ ਧਿਰ ਨੇ ਤਾਂ ਨਹੀਂ ਕੀਤਾ, ਇਹਨਾਂ ਦੀ ਧਿਰ ਨੇ ਕੀਤਾ ਆ ਕੇ ਸਾਰਾ ਕੁਝ। ਜੇ ਕੈਪਟਨ ਸਾਹਿਬ ਕਿਸੇ ਇੱਕ ਨਿਗਮ ਦੇ ਵਿੱਚ ਮੇਅਰ ਨੂੰ ਬਚਾਉਣ ਦੀ ਜਗ੍ਹਾ ਦੇ ਉੱਤੇ ਜਿਹੜੇ ਗੁਟਕੇ ਦੀ ਉਹਨਾਂ ਨੇ ਸਹੁੰ ਖਾਧੀ ਸੀ, ਲੋਕਾਂ ਦੇ ਪੁੱਤ ਨਸ਼ੇ ਤੋਂ ਬਚਾਉਣ ਦੇ ਵਾਸਤੇ ਨਿਕਲੇ ਹੁੰਦੇ ਤੇ ਅੱਜ ਕੈਪਟਨ ਸਾਹਿਬ ਦਾ ਇਹ ਹਾਲ ਨਾ ਹੁੰਦਾ। ਜੇ ਉਹ ਬੇਅਦਬੀ ਦੀਆਂ ਘਟਨਾਵਾਂ ਦੇ ਜ਼ਿੰਮੇਵਾਰ ਲੋਕਾਂ ਨੂੰ ਨੰਗਿਆਂ ਕਰਨ ਦੇ ਵਿੱਚ ਸਫਲ ਹੋ ਜਾਂਦੇ ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਇਹ ਹਸ਼ਰ ਨਾ ਹੁੰਦਾ। ਇੱਥੇ ਪੰਨੂ ਸਾਹਿਬ ਠੀਕ ਹੈ ਕਿ ਅਮਰਿੰਦਰ ਸਿੰਘ ਹੋਣਾ ਨੇ ਬਹੁਤ ਵੱਡਾ ਬਜ਼ਰ ਗਲਤੀ ਕੀਤੀ ਹੋਈ ਹੈ। ਜਿਵੇਂ ਤੁਸੀਂ ਗੱਲ ਕੀਤਾ ਕਿ ਉਹਨਾਂ ਨੂੰ ਕਰਨਾ ਕੁਝ ਹੋਰ ਚਾਹੀਦਾ ਸੀ, ਕਰ ਕੁਝ ਹੋਰ ਰਿਹਾ। ਪਰ ਜੋ ਕੁਝ ਉਦੋਂ ਉੱਥੇ ਹੋਇਆ, ਉਹ ਉਂਗਲੀ ਜਿਹੜੀ ਆ ਉਹ ਸਰਕਾਰ ਤੇ ਵੀ ਉੱਠਦੀ ਆ ਕਿ ਤੁਸੀਂ ਇਸ ਪੱਧਰ ਤੇ ਜਦੋਂ ਲੋਕਤੰਤਰ ਨੂੰ ਅਸੀਂ ਹੇਠਲੇ ਪੱਧਰ ਤੇ ਲਿਆਉਣਾ ਚਾਹੁੰਦੇ ਆ,
ਪਿੰਡ ਪੱਧਰ ਤੇ ਸ਼ਹਿਰ ਪੱਧਰ ਤੇ ਉਦੋਂ ਲੋਕਤੰਤਰ ਦਾ ਵੀ ਤਾਂ ਜਲੂਸ ਨਿਕਲਿਆ ਨਾ ਕਿ ਤੁਸੀਂ ਉਸ ਵੇਲੇ ਜਿਹੜੀ VOTING ਹੋਈ ਆ ਉਹਦਾ ਕੋਈ ਰਿਕਾਰਡ ਨਹੀਂ, ਕੁਝ ਪਤਾ ਨਹੀਂ ਲੱਗ ਰਿਹਾ, ਉਹ ਖਿੱਚ ਤੂੰ ਹੋਣੀ ਨਹੀਂ ਸੀ ਚਾਹੀਦੀ। ਇੰਨਾ ਜਿਹੜਾ ਡੰਬਰ ਰਚਿਆ ਬ੍ਰਹਮ ਮਹਿੰਦਰਾ ਹੋਣਾ ਦਾ ਵੀ ਇਹਦੇ ਵਿੱਚ ਜਿਹੜਾ ਦੋਸ਼ ਹੈ ਉਹਨਾਂ ਦਾ ਕਿ ਤੁਸੀਂ ਆਰਾਮ ਨਾਲ ਕਾਉਂਸਲਰਸ ਨੂੰ ਅੰਦਰ ਜਾਣ ਦਿਓ, ਤੁਸੀਂ ਕਿਉਂ ਇੰਟਰਫੀਅਰ ਕਰਦੇ ਹੋ, ਉਹਨਾਂ ਨੂੰ ਆਪਸ ਵਿੱਚ ਜਿਹੜਾ ਨਿਬੜਨ ਦਿਓ। ਉਹ ਬੇਭਰੋਸਗੀ ਦਾ ਮਤਾ ਹੈ ਚਾਹੇ ਭਰੋਸਗੀ ਵਾਲਾ ਮਤਾ ਹੈ, ਉਹ ਕਰਨ ਦਿਓ। ਇੰਨੀ ਖਿੱਚ ਤੂੰ ਕਰਨ ਦੀ ਕੀ ਲੋੜ? ਇਹਦਾ ਮਤਲਬ ਇਹ ਸੀ ਕਿ ਦੋਨਾਂ ਧਿਰਾਂ ਨੂੰ ਡਰ ਸੀ ਕਿ ਉਹਨਾਂ ਦੀ ਪਾਰਟੀ ਜਿਹੜੀ ਆ ਉਹ ਹਾਰ ਨਾ ਜਾਵੇ, ਇਸ ਕਰਕੇ ਜ਼ੋਰ ਅਜ਼ਮਾਈ ਹੋਈ ਹੈ। ਸਭ 3 ਦਿਨ ਪਹਿਲਾਂ ਕਾਉਂਸਲਰ ਜਿਹੜੇ ਨੇ ਆਪੋ ਆਪਣੇ ਧੜੇ ਦੇ ਇਹਨਾਂ ਨੇ ਅਗਵਾ ਕਰਕੇ ਰੱਖੇ ਰਹੇ। ਬਿਲਕੁਲ ਉਹਨਾਂ ਕਾਉਂਸਲਰ ਦੀ ਡਿਊਟੀ ਨਹੀਂ ਬਣਦੀ ਜੀ, ਉਹ ਆ ਕੇ ਦੱਸਣ ਅਸੀਂ ਆਪੋ ਆਪਣੇ ਵਾਰਡਾਂ ਨੂੰ ਰਿਪਰੈਜ਼ੈਂਟ ਕਰਦੇ ਆ, ਤੁਸੀਂ ਸਾਨੂੰ ਕਿਉਂ ਬੰਦ ਕਰਕੇ ਰੱਖਿਆ। ਉਹ ਆਜ਼ਾਦ ਤੌਰ ਦੇ ਉੱਤੇ ਜਿਹਨੂੰ ਮਰਜ਼ੀ ਚੁਣ ਲੈਣ ਜੀ, ਜਿੱਧਰ ਮੈਜੋਰਿਟੀ ਹੋਊਗੀ ਉਹ ਬਣ ਜਾਊਗਾ ਬੰਦਾ। ਸੋ ਇਹ ਹੈ ਕਿ ਦੋਨਾਂ ਧਿਰਾਂ ਨੇ ਪਟਿਆਲੇ ਦੇ ਵਿੱਚ, ਕਿਉਂਕਿ ਕੈਪਟਨ ਸਾਹਿਬ ਦੀ ਆਪਣੀ ਧਾਕ ਹੈ ਇੱਥੇ, ਉਹਨਾਂ ਨੇ ਆਪਣੀ ਕੋਸ਼ਿਸ਼ ਕੀਤੀ ਮੈਂ ਧਾਕ ਜਮਾ ਕੇ ਰੱਖਾਂ, ਪਰ ਨਾਲ ਦੀ ਨਾਲ ਬ੍ਰਹਮ ਮਹਿੰਦਰਾ ਹੋਣੇ ਜਿਹੜੇ ਕਿ ਉਹਨਾਂ ਦੇ ਨਾਲ ਚੱਲਦੇ ਰਹੇ ਆ, ਪਹਿਲਾਂ ਹਮੇਸ਼ਾ ਉਹਨਾਂ ਦੇ ਨਾਲ ਰਹੇ ਆ। ਬਾਕੀ ਵੀ ਲੀਡਰ ਆ ਇੱਥੇ ਘਰ ਦੇ ਸਾਹਮਣੇ ਰਹਿੰਦੇ ਆ, ਘਰ ਦੇ ਸਾਹਮਣੇ ਰਹਿੰਦੇ ਆ। ਸੋ ਉਹਨਾਂ ਨੇ ਕਿਹਾ ਕਿ ਹੁਣ ਮੈਂ ਪਾਲਾ ਬਦਲ ਲਿਆ ਤੇ ਉਹ ਹੁਣ ਉਹਦੇ ਬਰਾਬਰ ਦੇ ਖੜੇ ਹੋ ਗਏ ਆ। ਪੁੱਤ ਪ੍ਰਸਤੀ ਵੀ ਆ ਕਿਤੇ ਨਾ ਕਿਤੇ, ਕਿਉਂਕਿ ਉਹ ਜਿਹੜੇ ਮੇਅਰ ਨੇ ਉਹ ਉੱਥੇ ਲੜਨਾ ਚਾਹੁੰਦੇ ਆ ਜੀ ਪਟਿਆਲਾ 2 ਚ, ਉਹ ਆਪਣੇ ਬੇਟੇ ਨੂੰ ਖੜਾ ਕਰਨਾ ਚਾਹੁੰਦੇ। ਸਿਆਸਤ ਆ ਵੜੈਤ ਸਾਹਿਬ, ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾ ਰਹੇ। ਔਰ ਇਹਦੇ ਨਾਲ ਹੀ ਘਟਨਾ ਇੱਕ ਹੋਰ ਪਟਿਆਲੇ 'ਚ ਵਾਪਰੀ। ਸਾਡੇ ਮੁੱਖ ਮੰਤਰੀ ਚਰਨਜੀਤ ਚੰਨੀ ਹੋਣੀ ਪਟਿਆਲਾ ਪੰਜਾਬੀ ਯੂਨੀਵਰਸਿਟੀ 'ਚ ਆਏ, ਕਿਉਂਕਿ ਯੂਨੀਵਰਸਿਟੀ ਦੀ ਹਾਲਤ ਬੜੀ ਮਾੜੀ ਹੈ ਤੇ ਕੁਝ ਉੱਥੇ ਸਨਮਾਨ ਵੰਡ ਵੀ ਹੋਣੀ ਸੀ, ਕੁਝ ਹੋਰ ਗੱਲਾਂ ਵੀ ਸੀਗੀਆਂ। ਤੇ ਉੱਥੇ ਪ੍ਰੈਸ ਕਾਨਫਰੰਸ ਕਰਨ ਵੇਲੇ ਜੋ ਉੱਥੇ ਸੈਨੇਟ ਹਾਲ ਦੇ ਵਿੱਚ ਹੋਣੀ ਸੀ, ਉੱਥੇ ਮਦਨ ਲਾਲ ਜਲਾਲਪੁਰਾ ਜੋ ਘਨੌਰ ਤੋਂ MLA ਨੇ, ਉਹਨਾਂ ਨੇ ਕਾਫੀ ਉੱਥੇ ਬਹੁਤ ਵੱਡਾ ਜਿਹੜਾ ਡਰਾਮਾ ਹੀ ਕਹਿ ਸਕਦੇ, ਡਰਾਮਾ ਕੀਤਾ ਕਿ ਇੱਕ ਇੰਨੇ ਵੱਡੇ ਪੱਧਰ ਦੇ ਲੋਕ ਇਕੱਠੇ ਆ, ਵਾਈਸ ਚਾਂਸਲਰ ਨੇ, ਮੁੱਖ ਮੰਤਰੀ ਹੈ, ਪ੍ਰੋਫੈਸਰਸ ਨੇ, ਲੋਕ ਪੱਤਰਕਾਰ ਇਕੱਠੇ ਹੋਏ ਆ, ਤੇ ਉਹਨਾਂ ਨੇ ਵਾਈਸ ਚਾਂਸਲਰ ਦੇ ਉੱਤੇ ਸਿੱਧੀ ਉਂਗਲੀ ਕਰ ਦਿੱਤੀ ਕਿ ਤੁਸੀਂ ਤਾਂ RSS ਦਾ ਵਾਈਸ ਚਾਂਸਲਰ ਲਾਇਆ ਹੋਇਆ, ਇਹਨਾਂ ਨੇ ਇੱਥੇ ਜਿਹੜਾ ਮੈਂ ਉਹ ਸ਼ਬਦ ਨਹੀਂ ਵਰਤਣਾ ਕੀ ਕੀਤਾ ਹੋਇਆ ਇੱਥੇ ਯੂਨੀਵਰਸਿਟੀ ਦੇ ਵਿੱਚ ਤੇ ਪਟਿਆਲੇ ਦੇ ਵਿੱਚ। ਤੇ ਉਹ ਕਹਿੰਦੇ ਵੀ ਮੈਂ ਤਾਂ ਸੀਟ ਦੇ ਉੱਤੇ ਆ ਕੇ ਨਹੀਂ ਬਹਿਣਾ। ਚਰਨਜੀਤ ਚੰਨੀ ਮੁੱਖ ਮੰਤਰੀ ਹੋਣ ਦੇ ਨਾਤੇ ਵੀ ਉਸ ਨੂੰ ਚੁੱਪ ਨਹੀਂ ਕਰਾ ਸਕੇ। ਬੜਾ ਸਾਹਿਬ, ਜਿਹੜੇ ਇਹ ਸਾਡੇ ਵਿਦਿਅਕ ਅਦਾਰੇ ਨੇ, ਮੇਰੇ ਜੇ ਤੁਸੀਂ ਮੈਨੂੰ ਪੁੱਛਦੇ ਹੋ ਤਾਂ ਮੇਰੇ ਵਾਸਤੇ ਉਹ ਕਿਸੇ ਵੀ ਧਾਰਮਿਕ ਸਥਾਨ ਤੋਂ ਕਿਤੇ ਉੱਪਰ ਜੀ ਚਾਹੇ ਜਿਨ੍ਹਾਂ ਸਕੂਲਾਂ ਦੇ ਵਿੱਚ ਅਸੀਂ ਪੜ੍ਹੇ ਆ, ਸਾਡੀਆਂ ਕੁਝ ਯੂਨੀਵਰਸਿਟੀਜ਼ ਨੇ, ਗੁਰੂ ਨਾਨਕ ਦੇਵ ਯੂਨੀਵਰਸਿਟੀ ਆ, ਪੰਜਾਬੀ ਯੂਨੀਵਰਸਿਟੀ ਪਟਿਆਲਾ। ਪੰਜਾਬੀ ਉਹਦੇ ਨਾਲ ਸਾਡੀ ਭਾਸ਼ਾ ਦਾ ਨਾਮ ਜੁੜਿਆ ਹੋਇਆ, ਉਹਦੀ ਰਿਸਪੈਕਟ ਹੋਰ ਜ਼ਿਆਦਾ। ਬਿਲਕੁਲ ਆਈ ਥਿੰਕ ਜਿਨ੍ਹਾਂ ਲੋਕਾਂ ਨੇ ਇੱਥੋਂ ਡਿਗਰੀਆਂ ਲਈਆਂ ਨੇ ਨਾ, ਜਿਹੜੇ ਇੱਥੋਂ ਪੜ੍ਹੇ ਨੇ, ਜਿਹੜੇ ਵਿਦੇਸ਼ਾਂ 'ਚ ਰਹਿੰਦੇ ਆ ਜਾਂ ਉਮਰ ਦੇ ਕਿਸੇ ਵੀ ਪੜਾਅ ਦੇ ਵਿੱਚ ਆ ਅੱਜ, ਉਹਨਾਂ ਨੂੰ ਪੁੱਛ ਕੇ ਦੇਖੋ ਇਹਨਾਂ ਦੀ ਕਦਰ ਕੀ ਹੈ, ਇਹਨਾਂ ਅਦਾਰਿਆਂ ਦੀ। ਉਹ ਗਰੁੱਪ ਬਣਾ ਕੇ ਇਕੱਠੇ ਹੁੰਦੇ ਆ ਕਿਤੇ ਸਾਲ 2 ਸਾਲਾਂ ਬਾਅਦ, ਤਾਂ ਉਹ ਯਾਦ ਕਰਦੇ ਆ ਵੀ ਇੱਥੋਂ ਅਸੀਂ ਡਿਗਰੀ ਹਾਸਲ ਕੀਤੀ ਹੋਈ ਹੈ ਇਸ ਜਗ੍ਹਾ ਦੇ ਤੋਂ। ਕਿਉਂਕਿ ਆਮ ਬੰਦੇ ਨੂੰ ਤਾਂ ਯੂਨੀਵਰਸਿਟੀ ਦੇ ਸਪੈਲਿੰਗ ਨਹੀਂ ਪਤਾ, ਜਿਹੜਾ ਪੜ੍ਹਿਆ ਨੀਗਾ, ਠੀਕ ਹੈ ਨਾ। ਜਦੋਂ ਉਹ ਕਿੰਤੂ ਪਰੰਤੂ ਕਰੂਗਾ, ਅਸਲ ਦੇ ਵਿੱਚ ਕੀ ਆ, ਉੱਥੇ ਵੀ ਸਿਆਸਤ ਆ ਜਾਂਦੀ ਆ। ਅੰਦਰ ਕੁਝ ਅਹੁਦੇ ਨੇ ਜਿਨ੍ਹਾਂ ਦੇ ਉੱਤੇ ਸਿਆਸਤਦਾਨ ਜਾਂ ਤਾਂ ਸਿੱਧੇ ਤੌਰ ਦੇ ਉੱਤੇ ਕਾਬਜ਼ ਨੇ ਜਾਂ ਅਸਿੱਧੇ ਰੂਪ ਦੇ ਵਿੱਚ ਉਹਨਾਂ ਨੇ ਆਪਣੇ ਬੰਦੇ ਬਿਠਾਏ ਹੋਏ ਆ। ਅਸਲ ਕਹਾਣੀ ਕੋਈ ਨਾ ਕੋਈ ਪਿੱਛੋਂ ਇਹ ਆ। ਇਹ ਤਾਂ ਮੈਂ ਸਮਝਦਾ ਹਾਂ ਕਿ ਜਿਹੜੇ ਵਾਈਸ ਚਾਂਸਲਰ ਨੇ ਮਿਸਟਰ ਅਰਵਿੰਦ, ਚਾਹੇ ਕੁਝ ਵੀ ਆ, ਮੈਨੂੰ ਇਹ ਲੱਗਿਆ, ਮੈਂ ਕੋਈ ਉਹਨਾਂ ਦਾ ਫੈਨ ਨਹੀਂਗਾ, ਮੈਨੂੰ ਇਹ ਲੱਗਿਆ ਕਿ ਉਹਨਾਂ ਦੀ ਐਜੂਕੇਸ਼ਨ ਜਿਹੜੀ ਸੀ ਉਹ ਇੱਥੇ ਕੰਮ ਕੀਤੀ, ਉਹਨਾਂ ਨੇ ਬਰਾਬਰ ਦਾ ਜਵਾਬ ਨਹੀਂ ਦਿੱਤਾ। ਉੱਠ ਕੇ ਖੜੇ ਹੋ ਕੇ ਇਹ ਕਹਿੰਦੇ ਜੀ ਇਲਜ਼ਾਮ ਤਾਂ ਸ਼ਰਾਬ ਦੀਆਂ ਫੈਕਟਰੀਆਂ ਦੇ ਵੀ ਲੱਗਦੇ ਆ, ਫਿਰ ਕੀ ਰਹਿੰਦੀ ਪਰ ਉਹ ਪੋਲਿਟਿਕਸ ਵਿੱਚ ਨਹੀਂ ਪੈਣਾ ਚਾਹੁੰਦੇ। ਸਿਆਣਪ ਕੀਤੀ ਉਹਨਾਂ ਨੇ, ਇਸ ਤਰ੍ਹਾਂ ਦਾ ਕੁਝ ਨਹੀਂ ਉਹਨਾਂ ਨੇ ਕੀਤਾ। ਪਰ ਜਿਹੜੀ ਗੱਲ ਤੁਸੀਂ ਕਹੀ ਆ, ਮੁੱਖ ਮੰਤਰੀ ਹੋਰਾਂ ਦੀ ਡਿਊਟੀ ਬਣਦੀ ਸੀ ਕਿ ਵਾਈਸ ਚਾਂਸਲਰ ਜਿਹੜਾ ਆ ਉਹ ਯੂਨੀਵਰਸਿਟੀ ਦਾ, ਉਹਦੇ ਉੱਤੇ ਕਿੰਤੂ ਪਰੰਤੂ ਨਹੀਂ। ਇਹ ਕੋਈ ਤਰੀਕਾ ਨਹੀਂਗਾ ਜੀ। ਔਰ ਤੁਹਾਡੀ ਸਰਕਾਰ ਨੇ ਲਾਇਆ, ਹਾਂ ਤੁਹਾਡੇ ਕੈਪਟਨ ਸਾਹਿਬ ਨੇ ਲਾਇਆ। ਇਹ ਉਦੋਂ MLA ਉਹਨਾਂ ਦੇ ਹੀ ਸੀਗੇ, ਉਦੋਂ ਤਾਂ ਵਿਰੋਧ, ਅੱਜ ਤੱਕ ਤਾਂ ਇਹਨਾਂ ਨੇ ਵਿਰੋਧ ਕੀਤਾ ਨਾ। ਪਹਿਲਾਂ ਇੱਕਦਮ ਇਹਨਾਂ ਨੂੰ ਵਿਰੋਧ ਜਿਹੜਾ ਉਹ ਕਿੱਥੋਂ ਚੇਤੇ ਆ ਗਿਆ। ਇਸ ਕਰਕੇ ਜਿਹੜਾ ਨਾ ਜੀ, ਮੈਂ ਸਮਝਦਾ ਹਾਂ ਕਿ ਜਿਹੜੀ ਐਜੂਕੇਸ਼ਨ ਹੈ ਨਾ, ਉਹ ਬਹੁਤ ਵਰਕ ਕਰਦੀ ਹੈ, ਤੁਹਾਨੂੰ ਪੈਰ ਦੇ ਉੱਤੇ ਵਰਕ ਕਰਦੀ ਆ। ਜਿੱਥੇ ਇੱਕ ਅਨਪੜ੍ਹ ਬੰਦੇ ਦੀ ਜਿਹੜੀ ਅਕਲ ਖਤਮ ਹੋ ਜਾਂਦੀ ਆ, ਉੱਥੋਂ ਇੱਕ ਪੜ੍ਹੇ ਲਿਖੇ ਦੀ ਸਟਾਰਟ ਹੁੰਦੀ ਹੈ। ਹੁਣ ਇੱਥੇ ਮੈਂ ਸ਼ਬਦ ਨਹੀਂ ਬਦਲਨੇ, ਇਹ ਸਾਡੇ ਦਰਸ਼ਕ ਆਪਣੇ ਵੀ ਬਦਲ ਲੈਣਗੇ ਕਿ ਜਿੱਥੇ ਇਹਨਾਂ ਨੇ ਅਨਪੜ੍ਹ ਸ਼ਬਦ ਵਰਤਿਆ ਉੱਥੇ ਕਿਹਦਾ ਨਾਂ ਲਾਉਣਾ ਤੇ ਪੜ੍ਹੇ ਲਿਖੇ ਵਾਲੇ ਦਾ ਤੇ ਕਿਹਦਾ ਨਾਂ ਲਾਉਣਾ। ਇਸ ਤਰ੍ਹਾਂ ਦੀ ਘਟਨਾ ਇੱਕ ਹੋਰ ਵਾਪਰ ਗਈ। ਉਹ ਫਿਰ ਵਾਪਰ ਗਈ ਡਿਪਟੀ CM ਦੇ ਨਾਲ ਹੀ, ਕਿਉਂਕਿ ਉਹ ਇੱਕ ਸਮਾਗਮ ਦੇ ਵਿੱਚ ਗਏ ਜਿੱਥੇ ਕੱਚੇ ਮੁਲਾਜ਼ਮਾਂ ਨਾਲ ਗੱਲਬਾਤ ਹੋ ਰਹੀ ਸੀਗੀ। ਸਾਰਿਆਂ ਨੇ ਵੇਖਿਆ, ਉਹ ਤੁਹਾਡੇ ਤੱਕ ਸ਼ਾਇਦ ਪਹੁੰਚ ਗਈਆਂ ਹੋਣ ਵੀਡੀਓ, ਕਿ ਇੱਕ ਡਿਪਟੀ CM
ਔਰ ਇੱਕ ਟਰਾਂਸਪੋਰਟ ਮੰਤਰੀ ਬਾਜ਼ਾਰ ਦੇ ਵਿੱਚ ਸ਼ਰੇਆਮ ਖਲੋ ਕੇ ਕੱਚੇ ਮੁਲਾਜ਼ਮਾਂ ਨਾਲ ਬਹਿਸ ਕਰਦੇ ਪਏ ਆ। ਕਿਆ ਕਮਾਲ ਹੈ ਕਿ ਮੰਤਰੀ ਹੁਣ ਜਿੱਥੇ ਐਜੀਟੇਸ਼ਨ ਹੋ ਰਹੀ ਆ ਉੱਥੇ ਬੈਠ ਕੇ ਬਹਿਸ ਕਰ ਰਿਹਾ, ਔਰ ਬਹਿਸ ਵੀ ਕਿਸ ਤਰ੍ਹਾਂ ਦੀ ਕਰ ਰਿਹਾ ਕਿ ਰਾਜਾ ਵੜਿੰਗ ਹੋਣੀ ਉਹਨਾਂ ਨੂੰ ਕਹਿ ਰਿਹਾ ਕਿ ਤੂੰ ਹੁਣ ਸਾਨੂੰ ਬੋਲਣ ਨਹੀਂ ਦੇਗਾ, ਤੇ ਸੁਖਜਿੰਦਰ ਸਿੰਘ ਰੰਧਾਵਾ ਜੋ ਸਾਡੇ ਡਿਪਟੀ ਸੀਐਮ ਨੇ ਉਹ ਕਹਿ ਰਹੇ ਨੇ ਕਿ ਕਰ ਲੈ ਜੋ ਕੁਝ ਤੂੰ ਕਰਨਾ। ਡੀਸੀ ਸਾਹਿਬ ਇਹਨਾਂ ਨੂੰ ਸਸਪੈਂਡ ਕਰੋ, ਇਹ ਸਾਰੇ ਕੱਚੇ ਮੁਲਾਜ਼ਮ ਆ, ਇਹਨਾਂ ਨੂੰ ਪਤਾ ਕਰੋ ਕਿਹੜੇ ਅੱਜ ਜਿਹੜੇ ਆ ਉਹ ਡਿਊਟੀ ਤੇ ਨਹੀਂ ਹਾਜ਼ਰ ਹੋਏ। ਇਹ ਸਰਕਾਰਾਂ ਦਾ ਹਾਲ ਹੋ ਜਾਏਗਾ, ਉਹ ਪੰਜਾਬ ਦੀ ਸਰਕਾਰ ਦਾ ਇਹ ਹਾਲ ਹੋ ਜਾਏਗਾ। ਪੰਨੂ ਸਾਹਿਬ ਸ਼ਰਮ ਨਾਲ ਸਿਰ ਝੁਕਦਾ ਪਿਆ। ਇਹ ਸਿਆਸਤ ਪਤਾ ਨਹੀਂ ਕਿੱਥੇ ਚਲੇਗੀ। ਮੈਂ ਕੱਲ ਟਵੀਟ ਕੀਤਾ ਸੀਗਾ ਵੀ ਰਾਜਾ ਵੜਿੰਗ ਹੋਰਾਂ ਦੇ ਨਾਲ ਰੂਬੀ ਵੀ ਖੜੀ ਸੀ ਜਿਹੜੀ ਬਠਿੰਡਾ ਦਿਹਾਤੀ ਤੋਂ ਆ, ਉਹਨੂੰ ਉਹ ਕਹਿੰਦੇ, ਮੈਂ ਤਾਂ ਸਟਾਇਰ ਦੇ ਰੂਪ ਚ ਕਿਹਾ ਸੀ ਵੀ ਉਹ ਕਹਿੰਦੇ ਵੀ ਤੁਸੀਂ ਵੀ ਸਾਡੇ ਹੱਕ ਚ ਬੋਲੋ। ਮੈਂ ਕਿਹਾ ਉਹ ਕਹਿੰਦੀ ਮੈਂ ਤਾਂ ਆਪ ਕੱਚੀ ਆ ਜੇ ਕਾਂਗਰਸ ਚ ਮੈਨੂੰ ਟਿਕਟ ਮਿਲੂਗੀ ਤੇ ਮੈਂ ਪੱਕੀ ਹੋਊਗੀ। ਹਾਲੇ ਮਸਾ ਉਧਰੋਂ ਆਈ ਅਜੇ ਉਧਰ ਆਉਣਾ। ਜਿਹੜੇ ਨੇਤਾ ਕਿਸਾਨਾਂ ਨੂੰ ਵਧਾਈਆਂ ਦੇ ਰਹੇ ਸੀਗੇ ਕਿ ਤੁਸੀਂ ਲੋਕਤੰਤਰ ਦੀ ਲਾਜ ਰੱਖ ਲਈ, ਐਜੀਟੇਸ਼ਨ ਤੁਹਾਡਾ ਹੱਕ ਹੈ, ਉਹ ਐਜੀਟੇਸ਼ਨ ਕਰਨ ਵਾਲਿਆਂ ਦੇ ਉੱਤੇ ਗੁਰੂ ਹਰਸਹਾਏ ਦੇ ਵਿੱਚ ਮੁੱਖ ਮੰਤਰੀ ਦਾ ਵਿਰੋਧ ਹੋਇਆ 2 ਦਿਨ ਪਹਿਲਾਂ। 29 ਬੰਦਿਆਂ ਦੇ ਉੱਤੇ ਬਾਈ ਨੇਮ FIR ਦਰਜ ਹੋਈ ਹੈ, ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਦੇ, ਜਿਨ੍ਹਾਂ ਨੂੰ ਇਹ ਕਹਿ ਰਿਹਾ ਕਿ ਅਸੀਂ 36000 ਮੁਲਾਜ਼ਮ ਪੱਕੇ ਕਰਤੇ, ਜਿਹੜੇ ਤੁਹਾਡੇ ਹੋਰਡਿੰਗਸ ਲਾਏ ਹੋਏ ਨੇ ਇਹਨਾਂ ਨੇ ਸਾਰੇ ਪੰਜਾਬ 'ਚ ਜੀ। ਅੱਛਾ, ਤੇ ਸੁਖਜਿੰਦਰ ਸਿੰਘ ਰੰਧਾਵਾ ਹੋਰੀ ਦੇਖੋ ਇੱਕ ਬਹੁਤ ਵੱਡਾ ਪੋਰਟਫੋਲੀਓ ਉਹਨਾਂ ਕੋਲੇ। ਸੰਵਿਧਾਨਕ ਰੂਪ ਦੇ ਵਿੱਚ ਡਿਪਟੀ ਮੁੱਖ ਮੰਤਰੀ ਦਾ ਹੈ ਨਹੀਂਗਾ ਕੋਈ, ਗ੍ਰਹਿ ਮੰਤਰੀ ਦਾ ਸਾਰਾ ਉਹਨਾਂ ਦੇ ਅੰਡਰ ਹੈ। ਜਿੰਨੀ ਲੋਕਾਂ ਦੀ ਸੁਰੱਖਿਆ ਹਰੇਕ ਦੀ ਉਹ ਗ੍ਰਹਿ ਮੰਤਰੀ ਦੇ ਅੰਡਰ ਹੈ ਕਿ ਉਹਨੇ ਉਹਨਾਂ ਦੀ ਸੁਰੱਖਿਆ ਜਿਹੜੀ ਉਹ ਕਰਨੀ ਹੈ। ਦੇਖੋ 2 ਤਰੀਕੇ ਨੇ ਵੜੈਚ ਸਾਹਿਬ, ਤੁਹਾਡੇ ਕੋਲੇ ਫੋਰਸ ਹੈ, ਤੁਹਾਡੇ ਕੋਲੇ ਪੁਲਿਸ ਹੈ, ਤੁਸੀਂ ਨਿਕਲ ਜਾਓ ਅੱਗੇ ਉਹਨਾਂ ਨੂੰ ਕਹਿ ਕੇ ਕਾਹਦੇ ਲਈ ਰੁਕਣਾ। ਜੇ ਰੁਕੇ ਹੋ ਤਾਂ ਸਿਰਫ ਇੱਥੇ ਗੱਲ ਨਿਬੜ ਸਕਦੀ ਸੀ ਨਾ ਵੜੈਚ ਸਾਹਿਬ, ਬੇਟਾ ਮੇਰਾ ਨੰਬਰ ਲਓ ਜਾਂ ਮੇਰੇ PA ਨੂੰ ਨੋਟ ਕਰਾਓ, ਟਾਈਮ ਲਓ, ਤੁਸੀਂ ਆ ਕੇ 4 ਜਣੇ ਆ ਕੇ 5 ਜਣੇ ਆ ਕੇ ਤੁਸੀਂ ਮੈਨੂੰ ਮਿਲ ਦਿਓ, ਅਸੀਂ ਤੁਹਾਡੇ ਨਾਲ ਤੁਹਾਡੀ ਜਿਹੜੀ ਉਹ ਸਮੱਸਿਆ ਦਾ ਹੱਲ ਕਰਾਂਗੇ। ਇੱਥੇ ਗੱਲ ਖਤਮ ਹੋ ਸਕਦੀ ਸੀ। ਉਹਨਾਂ ਨੂੰ ਇਹ ਕਹਿਣਾ ਕਿ ਤੁਸੀਂ ਜੋ ਕਰ ਸਕਦੇ ਹੋ ਕਰ ਲਿਓ। ਲੋਕ ਬਹੁਤ ਕੁਝ ਕਰ ਦਿੰਦੇ ਆ। ਲੋਕਾਂ ਨੇ ਦਿੱਲੀ ਦੀਆਂ ਸਰਹੱਦਾਂ ਤੇ ਦੱਸ ਦਿੱਤਾ ਨਾ ਜੀ, ਇਲੈਕਸ਼ਨਾਂ ਆ ਗਈਆਂ ਅੱਗੋਂ, ਲੋਕ ਜੇ ਕਰਨ ਦੇ ਉੱਤੇ ਆ ਗਏ ਜਾਂ ਇਹ ਕਹਿਣਾ ਡਿਪਟੀ ਕਮਿਸ਼ਨਰ ਸਾਹਿਬ ਇਹਨਾਂ ਨੂੰ ਸਸਪੈਂਡ ਕਰੋ ਸਾਰਿਆਂ ਨੂੰ, ਹੁਣ ਜਾਂ ਤਾਂ ਇਸ ਗੱਲ ਦੇ ਉੱਤੇ ਕਾਇਮ ਰਹਿਣ, ਸਸਪੈਂਡ ਕਰਕੇ ਉਹਨਾਂ ਸਾਰਿਆਂ ਨੂੰ ਦਿਖਾਉਣ, ਫਿਰ ਤਮਾਸ਼ਾ ਦੇਖਣ ਪੰਜਾਬ ਦੇ ਵਿੱਚ ਕੀ ਹੁੰਦਾ। ਪੰਨੂ ਸਾਹਿਬ ਆਪਣੇ ਕਹਿੰਦੇ ਹੁੰਦੇ ਨੇ ਵੀ ਜਦੋਂ ਸਿਰ ਨੂੰ ਚੜ ਜਾਂਦੀ ਹੈ ਨਾ ਪਾਵਰ, ਫਿਰ ਉਹ ਬੰਦਾ ਜਿਹੜਾ ਆਮ ਬੰਦਿਆਂ ਨੂੰ ਫਿਰ ਉਹ ਕੀੜੇ ਮਕੌੜੇ ਸਮਝਦਾ। ਪਾਵਰ ਜਦੋਂ ਉਤਰਦੀ ਹੈ ਨਾ ਜੀ, ਫਿਰ ਐਲੀਵੇਟਰ ਵੀ ਉਤਰ ਜਾਂਦਾ, ਫਿਰ ਪੌੜੀਆਂ ਚੜ੍ਹਨਾ ਪੈਂਦਾ। ਉਹ ਵੀ ਆਪਾਂ ਪਟਿਆਲੇ ਦੇ ਵਿੱਚ ਹੀ ਜਿਹੜਾ ਉਹ ਦੇਖਿਆ, ਮੈਂ ਉੱਥੇ ਲਿਖਿਆ ਸੀਗਾ ਕਿ ਸ਼ਾਹ ਮੁਹੰਮਦਾ ਐਸਾ ਕੌਣ ਹੋਸੀ ਜਿਹਦਾ ਸ਼ੁਰੂ ਦੇ ਵਾਂਗ ਅਖੀਰ ਹੋਵੇ। ਵਾਹ, ਕੀ ਬਾਤ ਹੈ। ਸੋ ਇਹ ਹੈ ਕਿ ਸਿਆਸਤ ਨੂੰ ਆਪਣੇ ਪੈਰਾਂ ਤੇ ਰਹਿਣ ਦੀ ਲੋੜ ਹੈ, ਲੋਕਾਂ ਦੇ ਨੇੜੇ ਰਹਿਣ ਦੀ ਲੋੜ ਹੈ। ਜੇਕਰ ਤੁਹਾਨੂੰ ਲੋਕਾਂ ਨੇ ਚੁਣ ਕੇ ਬਿਠਾ ਦਿੱਤਾ ਹੈ, ਤੁਹਾਨੂੰ ਝੰਡੀ ਵਾਲੀਆਂ ਗੱਡੀਆਂ ਮਿਲ ਗਈਆਂ ਨੇ, ਤੇ ਉਹਨਾਂ ਲੋਕਾਂ ਦੀ ਇੱਜ਼ਤ ਕਰਨੀ ਤੁਹਾਨੂੰ ਆਉਣੀ ਚਾਹੀਦੀ ਆ। ਇਹ ਨਹੀਂ ਕਿ ਤੁਸੀਂ ਧਮਕੀਆਂ ਦੇਵੋ ਖਲੋ ਕੇ। ਕਮਾਲ ਦੀ ਗੱਲ ਹੈ, ਤੁਸੀਂ ਕਹਿ ਰਹੇ ਹੋ 36000 ਮੁਲਾਜ਼ਮ ਅਸੀਂ ਪੱਕੇ ਕਰ ਰਹੇ ਹਾਂ। ਕਿਹੜੇ ਕਰ ਰਹੇ ਹੋ? ਜਰਾ ਲਿਸਟ ਕੱਢ ਕੇ ਛਾਪੋ ਤੇ ਸਹੀ। ਤੁਸੀਂ ਨਿਗਮਾਂ ਨੂੰ ਬਾਹਰ ਕੱਢ ਦਿੱਤਾ ਉਸ ਆਰਡਰ ਦੇ ਵਿੱਚੋਂ, ਤੁਸੀਂ ਬੋਰਡਾਂ ਨੂੰ ਉਹਦੇ ਵਿੱਚੋਂ ਬਾਹਰ ਕੱਢ ਦਿੱਤਾ, ਔਰ ਨਿਗਮਾਂ ਤੇ ਬੋਰਡਾਂ ਦੇ ਵਿੱਚ ਸਭ ਤੋਂ ਵੱਧ ਕਰਮਚਾਰੀ ਪੰਨੂ ਸਾਹਿਬ ਜਿਹੜੇ ਆ ਉਹ ਕੱਚੇ ਮੁਲਾਜ਼ਮ ਰੱਖੇ ਹੋਏ ਆ, ਠੇਕੇ ਤੇ ਰੱਖੇ ਹੋਏ ਆ, ਡੇਲੀ ਵੇਜਰ ਰੱਖੇ ਹੋਏ ਆ। ਔਰ ਜਿਹੜੇ ਦੂਸਰੇ ਮੁਲਾਜ਼ਮ ਨੇ ਉਹਨਾਂ ਤੇ ਸ਼ਰਤ ਲਾ ਦਿੱਤੀ ਤੁਸੀਂ ਕਿ 10 ਸਾਲ ਦਾ ਤੁਸੀਂ ਉਹਨਾਂ ਦੇ ਉੱਤੇ ਸ਼ਰਤ ਲਾ ਦਿੱਤੀ ਕਿ 10 ਸਾਲ ਤੁਹਾਡੇ ਹੋ ਗਏ ਹੋਣੇ ਚਾਹੀਦੇ ਆ। ਇਹਦੇ ਵਿੱਚੋਂ ਬਹੁਤ ਸਾਰੇ ਲੋਕੀ ਨਿਕਲ ਜਾਣੇ ਆ। ਕਰਦਿਆਂ ਦਸੰਬਰ ਐਂਡ ਆ ਜਾਣਾ। ਵਾਅਦਾ ਨਾ ਕਰੋ ਜਿਹੜਾ ਨਹੀਂ ਪੂਰਾ ਕਰ ਸਕਦੇ। ਸਿੰਪਲ ਜਿਹਾ ਆਨਸਰ ਹੈ, ਤੁਸੀਂ ਕਹਿ ਦਿਓ ਭਾਈ ਸਰਕਾਰ ਦੇ ਪੱਲੇ ਕੁਝ ਨਹੀਂ। ਤੁਸੀਂ 17 ਚ ਕਿਉਂ ਇਹ ਵਾਅਦਾ ਕਰਕੇ ਆਏ ਕਿ ਕੱਚੇ ਅਸੀਂ ਸਾਰੇ ਮੁਲਾਜ਼ਮ ਪੱਕੇ ਕਰਾਂਗੇ? ਹੁਣ ਜੇ ਉਹ ਅੱਜ ਸੰਘਰਸ਼ ਨਹੀਂ ਕਰਨਗੇ, ਪਤਾ ਉਹਨਾਂ ਨੂੰ ਵੀ ਆ ਵੜੈਚ ਸਾਹਿਬ ਦਿਨ 15 ਰਹਿ ਗਏ, ਉਸ ਤੋਂ ਬਾਅਦ ਕਿਹਨੇ ਪੁੱਛਣਾ? ਕਿਸੇ ਨੇ ਨਹੀਂ ਪੁੱਛਣਾ। ਔਰ ਪੰਨੂ ਸਾਹਿਬ ਇੱਕ ਉਧਰ ਮਾਝੇ ਦੇ ਵਿੱਚ ਹੋਰ ਵੀ ਚਰਚਾ ਛਿੜੀ ਹੋਈ ਹੈ। ਅਸ਼ਵਨੀ ਸੇਖੜੀ ਹੋਣਾ ਨੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਉੱਤੇ ਜਿਹੜਾ ਬੜਾ ਵੱਡਾ ਦੋਸ਼ ਲਾਇਆ ਕਿ ਉਹਨਾਂ ਨੇ ਤੇ ਮੇਰਾ ਜੀਣਾ ਹਰਾਮ ਕੀਤਾ ਪਿਆ। ਉੱਥੇ ਜਿਹੜੀਆਂ ਕੁਝ ਵੱਖਵਾਦੀ ਲਹਿਰਾਂ ਨੇ ਉਹਨਾਂ ਦੇ ਬੰਦਿਆਂ ਨੂੰ ਜਿਹੜਾ ਸਰਕਾਰ ਨੇ ਚੇਅਰਮੈਨ ਲਾ ਦਿੱਤਾ ਹੋਇਆ। ਉਹ ਸਿੱਖਸ ਫਾਰ ਜਸਟਿਸ ਦੇ ਅਵਤਾਰ ਸਿੰਘ ਪੰਨੂ ਨੇ ਉਹਦੇ ਭਰਾ ਨੂੰ ਚੇਅਰਮੈਨ ਲਾਇਆ, ਜਿਹੜਾ ਉਹ ਲਾਇਆ। ਬਿਲਕੁਲ ਇਹ ਵੱਡਾ ਜਿਹੜਾ ਜੀ ਇੱਕ ਸਵਾਲੀਆ ਚਿੰਨ੍ਹ ਸਰਕਾਰ ਦੇ ਉੱਤੇ ਖੜਾ ਹੋ ਗਿਆ। ਪਰ ਸਵਾਲ ਸਰਕਾਰ ਤੇ ਵੀ ਹੈ, ਲੇਕਿਨ ਉਹਨਾਂ ਲੋਕਾਂ ਤੇ ਵੀ, ਸੇਖੜੀ ਸਾਹਿਬ ਤੇ ਵੀ ਹੈ। ਉਹ ਅੱਜ ਤਾਂ ਉਹਦਾ ਭਰਾ ਨਹੀਂ ਹੈਗਾ, ਉਹ ਤਾਂ ਪਹਿਲਾਂ ਵੀ ਸੀ। ਪਹਿਲਾਂ ਕਿਉਂ ਨਹੀਂ ਤੁਸੀਂ ਬੋਲੇ? ਫਿਰ ਜਾਤੇ ਬਹੁਤ ਪਹਿਲਾਂ ਬੋਲਣਾ ਚਾਹੀਦਾ ਸੀਗਾ।
ਬਿਲਕੁਲ ਇਹ ਗੱਲ ਤੁਹਾਡੀ ਠੀਕ ਹੈ। ਇਦਾਂ ਨਾ ਜੀ ਕਿ ਜਦੋਂ ਆਪਣੇ ਉੱਤੇ ਪੈਂਦੀ ਆ ਉਦੋਂ ਲੱਗਦਾ ਨਾ ਸੁਖਬੀਰ ਸਿੰਘ ਬਾਦਲ ਹੋਣੀ ਹੁਣ ਪ੍ਰੈਸ ਕਾਨਫਰੰਸਾਂ ਕਿਉਂ ਕਰ ਰਹੇ ਆ, ਉਹ ਕਹਿੰਦੇ ਜੀ ਸਾਨੂੰ ਫੜ ਲੈਣਾ ਜੀ, ਸਾਡੇ ਤੇ ਝੂਠੇ ਕੇਸ ਪਾ ਦੇਣੇ ਜੀ, ਅਸੀਂ ਜੇਲ੍ਹ ਭਰੋ ਅੰਦੋਲਨ ਜਿਹੜਾ ਕਰਾਂਗੇ। ਤੁਸੀਂ ਰੌਲਾ ਕਿਉਂ ਪਾਉਣ ਲੱਗੇ? 10 ਸਾਲ ਤੁਸੀਂ ਬਹੁਤ ਪਰਚੇ ਦਰਜ ਕੀਤੇ ਆ, ਹਲਕਾ ਇੰਚਾਰਜ ਜਿਹੜੇ ਤੁਸੀਂ ਲਾਏ ਹੋਏ ਸੀ ਨਾ, ਹਲਕੇ ਹੋਏ ਉਹਨਾਂ ਨੇ ਬਹੁਤ ਪਰਚੇ ਦਰਜ ਕੀਤੇ ਪੰਜਾਬ ਦੇ ਵਿੱਚ ਕਰਾਏ। ਸ਼ੁਰੂ ਹੀ ਇਹਨਾਂ ਨੇ ਕੀਤਾ ਸੀਗਾ ਜੀ। ਹੁਣ ਆਪਣੇ ਤੇ ਪਈ ਸੇਖੜੀ ਸਾਹਿਬ ਨੂੰ ਵੀ ਚੇਤਾ ਆ ਗਿਆ, ਆਪਣੇ ਤੇ ਪਈ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਵੀ ਚੇਤਾ ਆ ਗਿਆ, ਸਾਰਿਆਂ ਨੂੰ ਚੇਤਾ ਆ ਗਿਆ। ਖੈਰ ਹੁਣ ਅਸੀਂ ਆਉਂਦੇ ਆ ਨਵਜੋਤ ਸਿੱਧੂ ਹੋਣਾ ਤੇ, ਜਿਹੜੇ ਕਿ ਆਪਣੇ ਆਪ ਨੂੰ ਖਬਰਾਂ 'ਚ ਰੱਖਣ ਵਾਸਤੇ ਕੁਝ ਨਾ ਕੁਝ ਇਹੋ ਜਿਹਾ ਕਰ ਦਿੰਦੇ ਆ। ਉਹ ਕਹਿੰਦੇ ਆ ਕਿ ਸਿਆਸਤ ਵਿੱਚ ਇੱਕ ਫਾਰਮੂਲਾ ਹੈ ਕਿ ਤੁਸੀਂ ਖਬਰਾਂ 'ਚ ਰਹੋ, ਚਾਹੇ ਬਦਨਾਮ ਰਵੋ ਤੇ ਚਾਹੇ ਲੋਕਾਂ ਵਿੱਚ ਆਮ ਰਵੋ। ਸੋ ਲੱਗਦਾ ਸਿੱਧੂ ਸਾਹਿਬ ਦਾ ਵੀ ਫਾਰਮੂਲਾ ਉਹੀ ਜਿਹੀ ਆ ਕਿ ਉਹ ਚੰਨੀ ਸਾਹਿਬ ਨਾਲ ਬੈਠ ਕੇ ਕੁਝ ਹੋਰ ਕਹਿੰਦੇ ਆ, ਜਿਉਂ ਹੀ ਚੰਨੀ ਸਾਹਿਬ ਸਟੇਜ ਤੋਂ ਉਤਰਦੇ ਆ ਤੇ ਉਹ ਸਰਕਾਰ ਦੇ ਖਿਲਾਫ ਹੋ ਜਾਂਦੇ ਆ। ਇਸ ਵਾਰ ਵੀ ਇਹੀ ਹੋਇਆ ਤੇ ਹੁਣ ਵੀ ਹੁਣ ਤੇ ਉਹਨਾਂ ਨੇ ਕਮਾਲ ਹੀ ਕਰ ਦਿੱਤੀ ਹੈ ਕਿ ਮੈਂ ਮਰਨ ਵਰਤ ਤੇ ਬੈਠ ਜਾਣਾ ਜੇਕਰ ਸਰਕਾਰ ਨੇ ਨਸ਼ੇ ਵਾਲੇ ਤੇ ਬੇਅਦਬੀ ਵਾਲੇ ਮੁੱਦੇ ਉੱਤੇ ਕੋਈ ਕਾਰਵਾਈ ਨਾ ਕੀਤੀ। ਤੇ ਇਹ ਫਿਰ ਮਰਨ ਵਰਤ ਤੇ ਮੈਨੂੰ ਲੱਗਦਾ ਹੈ ਕਿ ਇਸ ਅਗਲੇ ਮਹੀਨੇ 'ਚ ਸ਼ੁਰੂ ਹੋ ਜਾਣਾ ਚਾਹੀਦਾ ਇਹਨਾਂ ਦਾ। ਇਹ ਵੀ ਡੇਟ ਅਨਾਉਂਸ ਕਰ ਦੇਣੀ ਚਾਹੀਦੀ ਉਹਨਾਂ ਨੂੰ। ਵੜਾ ਸਾਹਿਬ ਸ਼ਾਇਦ ਅਖਬਾਰਾਂ ਨੂੰ ਵੀ ਇੱਕ ਕਾਲਮ ਸ਼ੁਰੂ ਕਰ ਲੈਣਾ ਚਾਹੀਦਾ, ਨਵਜੋਤ ਸਿੱਧੂ ਅੱਜ, ਜਾਂ ਆਪਾਂ ਨੂੰ ਵੀ ਚਾਹੀਦਾ ਜੀ ਨਵਜੋਤ ਸਿੱਧੂ ਬੁਲੇਟਿਨ ਜਿਹੜਾ ਵੀ, ਕਿਉਂਕਿ ਉਹਨਾਂ ਨੇ ਰੋਜ਼ ਉਹੀ ਕੁਝ ਬੋਲਣਾ ਹੁੰਦਾ ਜੋ ਵਿਰੋਧੀ ਧਿਰ ਨਹੀਂ ਬੋਲਦੀ। ਅਰਵਿੰਦ ਕੇਜਰੀਵਾਲ ਹੋਰੀ ਇਸ ਵੇਲੇ ਇੱਕ ਸ਼ਰੂਡ ਪੋਲੀਟੀਸ਼ੀਅਨ ਬਣ ਚੁੱਕੇ ਹੋਏ ਆ। ਜਿਹੜਾ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਤਾਰੀਫ ਕੀਤੀ ਹੈ ਨਾ, ਬੜਾ ਸੋਚ ਕੇ ਉਹਨਾਂ ਨੇ ਕੀਤੀ ਹੈ, ਬੜੀ ਸੋਚ ਕੇ, ਕਿ ਸਾਨੂੰ ਬੋਲਣ ਦੀ ਲੋੜ ਹੀ ਨਹੀਂ, ਇਹ ਆਪੇ ਹੀ ਬੋਲੀ ਜਾ ਰਿਹਾ। ਜਿੰਨੀ ਦੇਰ ਤੱਕ ਨਵਜੋਤ ਸਿੰਘ ਸਿੱਧੂ ਹੋਰੀ ਬੈਠੇ ਨੇ ਵਿਰੋਧੀ ਧਿਰ ਨੂੰ ਕੀ ਲੋੜ ਹੈ ਸਵਾਲ ਚੁੱਕਣ ਦੀ, ਸਵਾਲੀਆ ਚਿੰਨ੍ਹ ਲਾਉਣ ਦੀ। ਸੋ ਨਵਜੋਤ ਸਿੰਘ ਸਿੱਧੂ ਹੋਰੀ ਜਿਹੜੇ ਸਵਾਲ ਖੜੇ ਕਰ ਰਹੇ ਆ, ਵੜਾ ਸਾਹਿਬ ਜਿਹੜਾ ਪਾਰਟੀ ਦਾ ਪ੍ਰਧਾਨ ਹੈ ਉਹ ਮੁੱਖ ਮੰਤਰੀ ਤੋਂ ਵੀ ਉੱਪਰ ਹੁੰਦਾ, ਉਹ ਸਰਕਾਰ ਤੋਂ ਵੀ ਉੱਪਰ ਹੁੰਦਾ ਜੀ। ਇਹ ਰੇਤਾ ਦੇ ਰੇਟ ਘੱਟ ਕਰਵਾ ਕੇ ਪ੍ਰੈਸ ਕਾਨਫਰੰਸ ਕਰਨ, ਗੱਲ ਸਮਝ ਆਉਂਦੀ ਆ। ਕੇਬਲ ਦੇ ਰੇਟ ਘੱਟ ਕਰਵਾ ਕੇ ਪ੍ਰੈਸ ਕਾਨਫਰੰਸ ਕਰਨ, ਗੱਲ ਸਮਝ ਆਉਂਦੀ ਆ। ਇਹ ਬਿਜਲੀ ਦੇ ਰੇਟ ਘੱਟ ਕਰਵਾ ਕੇ ਪ੍ਰੈਸ ਕਾਨਫਰੰਸ ਕਰਨ, ਇਹ ਗੱਲ ਸਮਝ ਆਉਂਦੀ। ਪ੍ਰੈਸ ਕਾਨਫਰੰਸ ਕਰਕੇ ਇਹ ਸਰਕਾਰ ਨੂੰ ਕਹਿ ਰਿਹਾ ਆਹ ਕਰ ਦਿਓ, ਆਹ ਕਰ ਦਿਓ। ਸਰਕਾਰ ਤਾਂ ਤੁਹਾਡੀ ਹੈ। ਨਹੀਂ, ਗੱਲ ਇਹ ਵੀ ਤੁਸੀਂ ਪ੍ਰੈਸ ਨੂੰ ਕਿਉਂ ਕਹਿ ਰਹੇ ਹੋ? ਸਰਕਾਰ ਨੂੰ ਕਹੋ ਆਪਣੀ ਨੂੰ, ਉਹਨਾਂ ਦੇ ਨਾਲ ਬੈਠ ਕੇ ਗੱਲ ਕਰੋ। ਫਿਰ ਤੁਸੀਂ ਇਹ ਵੀ ਐਕਸੈਪਟ ਕਰ ਰਹੇ ਹੋ ਕਿ ਮੇਰੇ ਕੋਲੇ ਤੇ ਕੋਈ ਐਡਮਿਨਿਸਟ੍ਰੇਟਿਵ ਪਾਵਰਸ ਨਹੀਂ ਹੈਗੀਆਂ, ਮੈਂ ਕੀ ਕਰ ਸਕਦਾ? ਤੁਸੀਂ ਪ੍ਰਧਾਨ ਹੋ, ਤੁਹਾਡੀ ਪਾਰਟੀ ਦੀ ਸਰਕਾਰ ਹੈ, ਤੇ ਜੇ ਤੁਹਾਡੀ ਨਹੀਂ ਮੰਨਦੇ ਤੇ ਫਿਰ ਛੱਡੋ, ਫਿਰ ਨਾ ਕਰੋ। ਫਿਰ ਤੁਸੀਂ ਇਸ ਨੂੰ ਲਮਕਾ ਕਿਉਂ ਰਹੇ ਹੋ ਗੱਲ ਨੂੰ? ਇਹਦਾ ਮਤਲਬ ਮੋਟਿਵ ਤੇ ਕੋਈ ਹੋਰ ਹੈ ਫਿਰ? ਨਹੀਂ, ਮੋਟਿਵ ਮੈਨੂੰ ਇਹ ਲੱਗਦਾ ਹੈ ਕਿ ਇਹਦੇ ਪਿੱਛੇ ਬੇਸ਼ੱਕ ਇਸ ਟਾਈਮ ਪੀਕੇ ਕੰਮ ਨਹੀਂ ਕਰ ਰਹੇ, ਮਤਲਬ ਪੀਕੇ ਇਹ ਵੀ ਸੋਫੀ ਜਾਂ ਪੀਕੇ ਪ੍ਰਸ਼ਾਂਤ ਕਿਸ਼ੋਰ, ਪਰ ਉਹਦੀ ਟੀਮ ਹੈਗੀ ਆ ਜੀ, ਕਿਤੇ ਨਾ ਕਿਤੇ ਕੰਮ ਕਰ। ਇਹ ਕਿਤੇ ਨਾ ਕਿਤੇ ਕੈਲਕੂਲੇਟਡ ਗੇਮ ਹੈ, ਤਾਂ ਕਿ ਲੋਕਾਂ ਨੂੰ ਉਲਝਾਇਆ ਰੱਖੇ। ਉਲਝਾਈ ਬਿਲਕੁਲ ਮੇਨ ਮੁੱਦਿਆਂ ਤੋਂ ਇਹੋ ਜਿਹੇ ਚੁਟਕਲੇ ਸੁਣਾ ਕੇ ਤੇ ਲੋਕੀ ਮਤਲਬ ਉਹ ਮੁੱਦਿਆਂ ਨੂੰ ਚੁੱਕ ਹੀ ਨਾ ਸਕਣ। ਇਹ ਲੈ ਕੇ ਆਉਣਾ ਇਹਨਾਂ ਨੇ ਉਦੋਂ ਤੱਕ ਜਦੋਂ ਚੋਣ ਜ਼ਾਬਤਾ ਨਹੀਂ ਲੱਗ ਜਾਂਦਾ ਜੀ, ਕਿਉਂਕਿ ਖਿੱਚਿਆ ਜਾ ਰਿਹਾ। ਹੁਣ ਤੱਕ ਇਹੀ ਕੁਝ ਹੋ ਰਿਹਾ। ਹਾਂ ਬਿਲਕੁਲ, ਚੰਨੀ ਸਾਹਿਬ ਦੇ ਬਣਨ ਤੋਂ ਬਾਅਦ ਹੁਣ ਜਿਹੜੀ ਸਿੱਟ ਹੈ ਉਹ ਇਹ ਕਹਿੰਦੀ ਆ, ਜਦੋਂ ਉਹਨੇ ਵਿਪਾਸਨਾ ਇੰਸਾ ਨੂੰ ਜਾਂ ਦੂਜਾ ਨੂੰ ਕਹਿੰਦੇ ਜੀ ਅਸੀਂ 3 ਵਾਰੀ ਸੱਦ ਚੁੱਕੇ, ਨਹੀਂ ਆਏ, ਹੁਣ ਅਸੀਂ ਸਖਤ ਐਕਸ਼ਨ ਲਵਾਂਗੇ। ਤੁਸੀਂ 4.5 ਸਾਲ ਤੋਂ ਉਹਨਾਂ ਨੂੰ ਜੇ 3 ਵਾਰੀ ਦਿੱਤਾ ਹੋਇਆ ਉਦੋਂ ਤੱਕ ਸਖਤ ਐਕਸ਼ਨ ਨਹੀਂ ਲਿਆ, ਹੁਣ ਤੁਸੀਂ ਕਿੱਥੋਂ ਸਖਤ ਐਕਸ਼ਨ ਜਿਹੜਾ ਜੀ ਉਹ ਲੈ ਲਓਗੇ? ਤੁਸੀਂ ਉਹਨਾਂ ਦੇ ਫਿਰ ਵਾਰੰਟ ਕਢਾਓ। ਕਿਉਂ ਨਹੀਂ ਕਢਾਏ? ਕਿਉਂ ਨਹੀਂ ਕਢਾਏ ਤੁਸੀਂ? ਕਿਉਂ ਨਹੀਂ ਕਢਾਏ? ਮਤਲਬ ਕਿ 15 ਦੀਆਂ ਘਟਨਾਵਾਂ ਨੇ, ਅਸੀਂ 21 ਦੇ ਵਿੱਚ ਗੱਲ ਕਰ ਰਹੇ ਹਾਂ, ਤੁਸੀਂ 21 ਦੇ ਵਿੱਚ ਕਹਿ ਰਹੇ ਹੋ ਅਸੀਂ ਸਖਤ ਐਕਸ਼ਨ ਲਵਾਂਗੇ। ਉਹੋ ਜਿਹਾ ਹੀ ਆ ਜੀ। ਉਹ ਅੜਬ ਇੱਕ ਸੀਗਾ ਨਾ ਜੀ ਬੰਦਾ, ਆਪਣੀ ਘਰ ਵਾਲੀ ਨੂੰ ਰੋਜ਼ ਦਬਕਾ ਮਾਰਦਾ ਸੀ ਵੀ ਪਾਣੀ ਤੱਤਾ ਕਰਦੇ, ਨਹੀਂ ਤਾਂ ਇੱਕ ਦਿਨ ਉਹ ਮੂਹਰੋਂ ਬੋਲ ਪਈ, ਕਹਿੰਦੀ ਜੀ ਨਹੀਂ ਤਾਂ, ਕਹਿੰਦਾ ਵੀ ਨਹੀਂ ਤਾਂ ਠੰਡੇ ਨਾਲ ਨਹਾਲਾਂਗੇ, ਠੀਕ ਹੈ ਨਾ, ਕਹਿੰਦਾ ਮੈਂ ਆਪ ਕਰ ਲੂੰਗਾ, ਵੀ ਨਹੀਂ ਤਾਂ ਠੰਡੇ ਨਾਲ ਨਹਾਲਾਂਗੇ। ਵੀ ਤੁਸੀਂ ਦਬਕੇ ਕਿਹੜੀ ਚੀਜ਼ ਦੇ ਜਿਹੜੇ ਉਹ ਮਾਰੀ ਜਾ ਰਹੇ ਹੋ, ਕਿਹਨੂੰ ਦਬਕੇ ਮਾਰ ਰਹੇ ਹੋ ਤੁਸੀਂ? ਵਿਰੋਧੀ, ਇਹ ਵਿਰੋਧੀ ਤਰ੍ਹਾਂ ਦੀ ਰੋਲ ਹੁੰਦਾ ਜੀ, ਕਿ ਉਹਨਾਂ ਨੇ ਜਿਹੜੇ ਆ ਉਹ ਵਾਅਦੇ ਕਰਨੇ ਹੁੰਦੇ ਆ। ਇਹ ਤਾਂ ਅਜੀਬੋ ਗਰੀਬ ਤਰੀਕੇ ਦੇ ਨਾਲ ਸਿੱਧੂ ਸਾਹਿਬ ਆਪਣੀ ਸਰਕਾਰ ਦੇ ਉੱਤੇ ਸਵਾਲੀਆ ਚਿੰਨ੍ਹ ਲਾ ਰਹੇ। ਮੈਂ ਸਮਝਦਾ ਕਿ ਉਹ ਆਪਣਾ ਵੀ ਅਕਸ ਖਰਾਬ ਕਰ ਰਹੇ ਆ ਜੀ ਇਸ ਵੇਲੇ ਤਾਂ ਲੋਕਾਂ ਦੇ ਵਿੱਚ, ਜਿਹੜਾ ਇੱਕ ਬਣਿਆ ਹੋਇਆ ਸੀ। ਜਿੰਨੀ ਦੇਰ ਉਹ ਚੁੱਪ ਸੀ ਉਹਨਾਂ ਦਾ ਅਕਸ ਬਹੁਤ ਵੱਡਾ ਸੀਗਾ, ਹੁਣ ਉਹ ਬੋਲ ਕੇ ਆਪਣਾ ਅਕਸ ਖਰਾਬ ਕਰੀ ਜਾ ਰਹੇ ਆ। ਹੁਣ ਸਭ ਇੱਕ ਸਿਆਣੇ ਕਹਾਵਤ ਕਹਿੰਦੇ ਹੁੰਦੇ ਆ, ਉਹ ਕਹਿੰਦੇ ਹੁੰਦੇ ਆ ਵੀ ਜਿਹੜਾ ਸਿਆਣਾ ਬੰਦਾ ਹੁੰਦਾ ਨਾ ਉਹ ਚੁੱਪ ਰਹਿ ਕੇ ਤੁਹਾਨੂੰ ਹੈਰਾਨ ਕਰਦਾ, ਤੇ ਜਿਹੜਾ ਮੂਰਖ ਹੁੰਦਾ ਉਹ ਚੀਕ ਮਾਰ ਕੇ ਤੁਹਾਨੂੰ ਹੈਰਾਨ ਕਰ ਦਿੰਦਾ। ਸੋ ਸਿਆਸਤ ਵਿੱਚ ਇਸ ਤਰ੍ਹਾਂ ਦੇ ਬਹੁਤ ਸਾਰੇ ਸਾਨੂੰ ਕਿਰਦਾਰ ਮਿਲ ਜਾਂਦੇ ਆ, ਲੇਕਿਨ ਗੱਲ ਇਹ ਆ ਕਿ ਤੁਸੀਂ ਲੋਕਾਂ ਦੇ ਜਿਹੜੇ ਕੰਮ ਨੇ, ਲੋਕਾਂ ਦੇ ਜਿਹੜੇ ਮਫਾਦ ਨੇ, ਉਹਨਾਂ ਨੂੰ ਤੁਸੀਂ ਦਾਅ 'ਤੇ ਲਾ ਕੇ ਲੋਕਾਂ ਨੂੰ ਮੂਰਖ ਬਣਾ ਰਹੇ ਹੋ। ਕਰਦੇ ਤੁਸੀਂ 5 ਸਾਲ ਕੱਢ ਲਿਆ, ਲੋਕ ਉਡੀਕ ਰਹੇ ਨੇ ਕਿ ਕਦੋਂ ਬੇਅਦਬੀ ਦਾ ਮਸਲਾ ਹੱਲ ਹੋਵੇ। ਜੇਕਰ ਪੰਨੂ ਸਾਹਿਬ ਇਸ ਵਾਰ ਚੋਣਾਂ ਦੇ ਵਿੱਚ ਰਾਜਨੀਤਿਕ ਪਾਰਟੀਆਂ ਨੇ, ਖਾਸ ਤੌਰ 'ਤੇ ਕਾਂਗਰਸ ਪਾਰਟੀ ਨੇ ਇਹ ਗੱਲ ਕਹਿੰਦੀ ਹੈ ਕਿ ਅਸੀਂ ਬੇਅਦਬੀ ਦੇ ਉੱਤੇ
ਜਿਹੜਾ ਉਹ ਲੈ ਕੇ ਆਵਾਂਗੇ, ਬੜੀ ਜਲਦੀ ਫੈਸਲਾ ਕਰਾਵਾਂਗੇ, ਤਾਂ ਕੀ ਲੋਕੀ ਐਕਸੈਪਟ ਕਰ ਲੈਣਗੇ ਇਹਨਾਂ ਨੂੰ? ਕਿ ਇਸ ਤੋਂ ਵੱਡੀ ਬੇਸ਼ਰਮੀ ਵਾਲੀ ਗੱਲ ਕਾਂਗਰਸ ਵਾਸਤੇ ਨਹੀਂ ਹੋਏਗੀ ਕਿ ਤੁਸੀਂ 5 ਸਾਲਾਂ ਬਾਅਦ ਫਿਰ ਉਸੇ ਮੁੱਦੇ ਨੂੰ ਲੈ ਕੇ ਆਓਗੇ ਕਿ ਜੀ ਅਸੀਂ ਬੇਅਦਬੀ ਦੇ ਉੱਤੇ ਨਾਲ ਦੀ ਨਾਲ ਜੇਲ੍ਹਾਂ 'ਚ ਡੱਕ ਦਿਆਂਗੇ ਦੋਸ਼ੀਆਂ ਨੂੰ। ਜਿਹੜੇ ਇਹਨਾਂ ਦੇ ਅਫਸਰਾਂ ਦੀ ਕੀਤੀ ਹੋਈ ਜਾਂਚ ਜੇ ਨਹੀਂ ਖਲਵਾ ਸਕੇ ਡਰੱਗ ਵਾਲੀ, ਹਾਂ, ਤੇ ਫਿਰ ਇਹ ਲੋਕਾਂ ਨੂੰ ਹੁਣ ਕਹਿਣ ਨਾ ਜੀ ਕਿ ਅਸੀਂ ਅਗਲੀ ਵਾਰੀ ਕਰ ਦੇਵਾਂਗੇ। ਔਰ ਇਹ ਸਿਰਫ ਕਾਂਗਰਸ ਵਾਸਤੇ ਨਹੀਂ ਹੈਗਾ, ਇਹ ਦੂਸਰੀਆਂ ਪਾਰਟੀਆਂ ਵਾਸਤੇ ਵੀ ਸਵਾਲ ਹੈ ਕਿ ਉਹ ਪਾਰਟੀਆਂ ਪਿਛਲੇ 5 ਸਾਲ ਵਿੱਚ ਇੰਨਾ ਫਿਰ ਤਤਪਰ ਕਿਉਂ ਨਹੀਂ ਹੋਈਆਂ ਜਿੰਨੀਆਂ ਹੁਣ ਹੋ ਰਹੀਆਂ ਨੇ। ਹੁਣ ਉਹਨਾਂ ਨੂੰ ਡਰੱਗ ਵਾਲਾ ਵੀ ਮਸਲਾ ਦਿਸਦਾ, ਹੁਣ ਉਹਨਾਂ ਨੂੰ ਬੇਰੁਜ਼ਗਾਰਾਂ ਵਾਲੀ ਹਰ ਇੱਕ ਥਾਂ ਤੇ ਸੁਖਬੀਰ ਬਾਦਲ ਹੋਣੀ ਕਹਿ ਦਿੰਦੇ ਆ ਜਾ ਕੇ ਜੀ ਇਹਨਾਂ ਨੇ ਆਹ ਨਹੀਂ ਕੀਤਾ। ਤੇ ਤੁਸੀਂ ਪਹਿਲਾਂ 4 ਸਾਲ ਜਿਹੜੇ ਉਹ ਕਿੱਥੇ ਸੁੱਤੇ ਰਹੇ ਹੋ? ਪਹਿਲਾਂ ਤੁਹਾਨੂੰ ਕੇਂਦਰ ਕੋਲੇ, ਕਿਉਂਕਿ ਤੁਹਾਡੇ ਕੋਲ ਸੀਟਾਂ ਸੀ, ਤੁਸੀਂ MP ਸੀਗੇ, ਘਰ ਵਾਲੀ ਤੁਹਾਡੇ ਮੰਤਰੀ ਸੀਗੇ, ਤੁਹਾਨੂੰ ਲੱਗਦਾ ਸੀ ਕਿ ਮੌਜਾਂ ਕਰੋ, ਇਸੇ ਕਰਕੇ ਚੁੱਪ ਚਪੀਤੇ ਤੁਸੀਂ ਖੇਤੀ ਕਾਨੂੰਨ ਵੀ ਪਾਸ ਕਰਾਤੇ, ਉਦੋਂ ਤੁਸੀਂ ਬੋਲੇ ਨਹੀਂ, ਤੇ ਉਸ ਨਾ ਬੋਲਣ ਦਾ ਖਮਿਆਜ਼ਾ ਤੁਹਾਨੂੰ ਜਿਹੜਾ ਅੱਜ ਭੁਗਤਣਾ ਪੈ ਰਿਹਾ। ਖੈਰ, ਚੱਲਦੇ ਚੱਲਦੇ ਇਹ ਗੱਲ ਕਰਨੀ ਆਪਣੀ ਬਣਦੀ ਆ ਕਿ ਹੁਣ ਇਲੈਕਸ਼ਨਾਂ ਸਿਰ 'ਤੇ ਨੇ, ਲੋਕਾਂ ਦੇ ਵਿੱਚ ਪਨੂ ਸਾਹਿਬ ਇਹ ਚਰਚਾ ਚੱਲੀ ਕਿ ਕਿਸਾਨਾਂ ਨੂੰ ਜਿਹੜਾ ਆ ਕੇ ਨਾ ਚੋਣ ਲੜਨੀ ਚਾਹੀਦੀ ਆ। ਬਹੁਤ ਵੱਡੀ ਪੱਧਰ 'ਤੇ ਲੋਕੀ ਇਹ ਗੱਲ ਕਹਿ ਰਹੇ ਆ ਕਿ ਨਹੀਂ, ਕਿਸਾਨਾਂ ਨੂੰ ਚੋਣਾਂ 'ਚ ਹਿੱਸਾ ਨਹੀਂ ਲੈਣਾ ਚਾਹੀਦਾ, ਕਿਉਂਕਿ ਕਿਸਾਨ ਇੱਕ ਐਡੀ ਵੱਡੀ ਫੋਰਸ ਬਣ ਗਏ ਹੋਏ ਆ ਇਸ ਟਾਈਮ ਕਿ ਉਹ ਜਿਸ ਮਰਜ਼ੀ ਸਰਕਾਰ ਤੋਂ ਜਿਹੜਾ ਮਰਜ਼ੀ ਕੰਮ ਬਾਹਰ ਰਹਿ ਕੇ ਤਾਂ ਕਰਾ ਸਕਦੇ ਆ, ਪਰ ਚੋਣਾਂ ਲੜ ਕੇ ਜਿਹੜਾ ਉਹ ਨਹੀਂ ਕਰਵਾ ਸਕਣਗੇ। ਤੇ ਕੁਝ ਲੋਕ ਕਹਿੰਦੇ ਆ ਜੀ ਉਹਨਾਂ ਨੂੰ ਆਉਣਾ ਚਾਹੀਦਾ। ਇਹਦੇ ਉੱਤੇ ਮੈਂ ਸਮਝਦਾ ਤੁਹਾਡੀ ਟਿੱਪਣੀ ਦੇ ਨਾਲ ਹੀ ਅਸੀਂ ਆਪਣਾ ਇਹਨਾਂ ਤੋਂ ਇਜਾਜ਼ਤ ਲਵਾਂਗੇ ਆਪਣੇ ਦਰਸ਼ਕਾਂ ਤੋਂ। ਵੈਸੇ ਤਾਂ ਜਵਾਬ ਤੁਸੀਂ ਦੇ ਦਿੱਤਾ, ਸਹੀ ਜਵਾਬ ਦੇ ਦਿੱਤਾ ਤੁਸੀਂ ਵੜੈਚ ਸਾਹਿਬ, ਕਿ ਜਿਹੜੇ ਬਾਹਰ ਰਹਿ ਕੇ ਉਹ ਬਹੁਤ ਸਾਰਾ ਕੁਝ ਕਰਾ ਸਕਦੇ। ਜੇ ਕਿਸਾਨਾਂ ਨੇ ਇਸ ਪਾਸੇ ਵੱਲ ਨੂੰ ਤੁਰਨਾ ਤਾਂ ਉਹ ਇੱਕ ਸੂਬੇ ਦੇ ਉੱਤੇ ਕੇਂਦਰਿਤ ਨਾ ਹੋਣ, ਨਾ ਉਹ ਇਹੋ ਜਿਹੀ ਕਾਹਲੀ ਕਰਨ ਕਿ ਫਰਵਰੀ 'ਚ ਚੋਣਾਂ ਆ ਗਈਆਂ। ਇਸ ਵੇਲੇ ਚੋਣ ਕਮਿਸ਼ਨ ਦੇ ਕੋਲੇ ਹੜ੍ਹ ਆਇਆ ਪਿਆ ਛੋਟੀਆਂ ਛੋਟੀਆਂ ਪਾਰਟੀਆਂ ਦਾ ਟਰੈਕਟਰ ਜਿਹੜਾ ਚੋਣ ਨਿਸ਼ਾਨ ਲੈਣ ਦੇ ਵਾਸਤੇ ਕਿ ਵੀ ਇਹਨੂੰ ਬਣਾ ਲਿਆ ਜਾਵੇ। ਕਿਸਾਨ ਧਿਰਾਂ ਨੂੰ ਇਹਦੇ 'ਚ ਨਹੀਂ ਲੱਗਣਾ ਚਾਹੀਦਾ। ਹਾਂ, ਨੈਸ਼ਨਲ ਪੱਧਰ ਦੇ ਉੱਤੇ ਜਿਵੇਂ 42 ਜਥੇਬੰਦੀਆਂ ਇਕੱਠੀਆਂ ਨੇ, ਸੰਯੁਕਤ ਕਿਸਾਨ ਮੋਰਚੇ ਜਾਂ 500 ਨੇ, ਉਸ ਲੈਵਲ ਦੇ ਉੱਤੇ ਇਹਨਾਂ ਨੂੰ ਮੁਲਕ ਪੱਧਰ ਦੇ ਉੱਤੇ ਇੱਕ ਇਹੋ ਜਿਹਾ ਸੰਗਠਨ ਪਹਿਲਾਂ ਤਿਆਰ ਕਰਨਾ ਚਾਹੀਦਾ ਜਿਹੜਾ ਕੰਟੀਨਿਊਸ ਚੱਲੇ। ਜਿਹੜੀ ਤੁਸੀਂ ਗੱਲ ਕਹੀ ਹੈ, ਵਿਰੋਧੀ ਧਿਰ ਦਾ ਰੋਲ ਸ਼ਾਇਦ ਕਿਸਾਨ ਵਧੀਆ ਨਿਭਾ ਸਕਣ, ਔਰ ਬਾਹਰ ਬੈਠ ਕੇ ਵਧੀਆ ਨਿਭਾ ਸਕਦੇ ਆ। ਔਰ ਕਿਸਾਨ ਮੋਰਚੇ ਨੇ ਫੈਸਲਾ ਵੀ ਕੀਤਾ ਕਿ ਇਹ ਸੰਯੁਕਤ ਕਿਸਾਨ ਮੋਰਚਾ ਭੰਗ ਨਹੀਂ ਹੋਏਗਾ, ਇਹ ਹਮੇਸ਼ਾ ਮਿਲਦਾ ਰਹੇਗਾ। ਜਦੋਂ ਦੇਸ਼ ਤੇ ਇਸ ਤਰ੍ਹਾਂ ਦੀ ਵਿਵਸਥਾ ਕਿਸਾਨਾਂ ਤੇ ਜਾਂ ਕਿਸੇ ਵੀ ਤੇ ਆਏਗੀ ਤਾਂ ਕਿਸਾਨ ਇਕੱਠੇ ਹੋ ਕੇ ਉਸ ਦਾ ਵਿਰੋਧ ਕਰਨਗੇ। ਇਸ ਦੁਆ ਦੇ ਨਾਲ ਕਿ ਕੈਨੇਡਾ ਦੇ ਵਿੱਚ ਬਹੁਤ ਭਾਰੀ ਨੁਕਸਾਨ ਹੋਇਆ ਹੜ੍ਹ ਦੇ ਨਾਲ, ਬਹੁਤ ਸਾਰੇ ਪੰਜਾਬੀਆਂ ਦੇ ਘਰ ਬਰਬਾਦ ਹੋ ਗਏ, ਫਾਰਮ ਬਰਬਾਦ ਹੋ ਗਏ, ਮਸ਼ੀਨਰੀ ਬਰਬਾਦ ਹੋ ਗਈ ਹੈ, ਘਰਾਂ ਉਹ ਬਾਹਰ ਸੜਕਾਂ ਤੇ ਆ ਗਿਆ। ਉਹਨਾਂ ਨੇ ਇਹ ਪ੍ਰਗਟ ਕੀਤਾ ਦੁੱਖ ਕਿ ਕੋਈ ਸੰਸਥਾ ਉਹਨਾਂ ਦੇ ਨਾਲ ਆ ਕੇ ਨਹੀਂ ਖੜੀ। ਜਿਹੜੀਆਂ ਸਿੱਖ ਸੰਸਥਾਵਾਂ ਵੀ ਆ, ਉੱਥੋਂ ਦੇ MP ਵੀ ਆ, ਜਿਹੜੇ MLA ਟਾਈਪ ਦੇ ਲੋਕ ਨੇ, ਉਹ ਵੀ ਉਹਨਾਂ ਦੇ ਨਾਲ ਨਹੀਂ ਆ ਕੇ। ਰੱਬ ਅੱਗੇ ਦੁਆ ਕਰਦੇ ਹਾਂ ਕਿ ਉਹਨਾਂ ਨੂੰ ਪ੍ਰਮਾਤਮਾ ਹੌਸਲਾ ਬਖਸ਼ੇ, ਉਹ ਉਸ ਦੁੱਖ ਦੇ ਵਿੱਚੋਂ ਬਾਹਰ ਨਿਕਲ ਕੇ ਆਉਣ ਤੇ ਪੰਜਾਬੀ ਜਿਵੇਂ ਆਪਣਾ ਮਾਣ ਸਨਮਾਨ ਰੱਖਦੇ ਆ ਹੌਸਲੇ ਨਾਲ, ਉਹ ਉੱਥੇ ਵਧਣਗੇ। ਇਸ ਵਾਰੀ ਜਿਹੜਾ ਉਹਨਾਂ ਦਾ ਨੁਕਸਾਨ ਹੋਇਆ, ਸੱਚਮੁੱਚ ਉਹਦਾ ਸਾਨੂੰ ਸਾਰਿਆਂ ਨੂੰ ਬੜਾ ਅਫਸੋਸ ਹੈ। ਦੁਆ ਕਰਦੇ ਹਾਂ ਕਿ ਉਹ ਆਪਣੇ ਪੈਰਾਂ 'ਤੇ ਜਲਦੀ ਸਿਰ ਆ ਜਾਣਗੇ। ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਸਮਾਪਤ ਕਰਨ ਦੀ ਸਾਨੂੰ ਦਿਓ ਇਜਾਜ਼ਤ। ਪਨੂ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਸਾਨੂੰ ਦਿਓ ਇਜਾਜ਼ਤ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।